सत श्री अकाल। अज ਆਪਾਂ डॉक्टर रविंदर सिंह रवि ਦੇ ਸਾਹਿਤ ਤੇ ਸਮੀਖਿਆ ਚਿੰਤਨ ਦੇ ਬਾਰੇ ਚਰਚਾ ਕਰਾਂਗੇ, ਜੋ ਕਿ ਐਮਏ ਭਾਗ ਪਹਿਲਾ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਪ੍ਰਮੁੱਖ ਪੰਜਾਬੀ ਚਿੰਤਕਾਂ ਦੀ ਲੜੀ ਦਾ ਹਿੱਸਾ ਨੇ। ਡਾਕਟਰ ਰਵੀ ਦਾ ਜਨਮ 15 ਜੁਲਾਈ 1942 ਨੂੰ ਕਸਬਾ ਬਹਿਰਾਇਚ, ਜ਼ਿਲ੍ਹਾ ਲਛਮਣਪੁਰ, ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ। ਉੱਥੇ ਮਹਾਰਾਜੇ ਕਪੂਰਥਲੇ ਦੀ ਕੁਝ ਜ਼ਮੀਨ ਸੀ ਤੇ ਡਾਕਟਰ ਰਵੀ ਦੇ ਪਿਤਾ ਸਰਦਾਰ ਗੁਰਸਰਮੁਖ ਸਿੰਘ ਆਹਲੂਵਾਲੀਆ ਬਤੌਰ ਤਹਿਸੀਲਦਾਰ ਇਸ ਜ਼ਮੀਨ ਦੀ ਦੇਖਭਾਲ ਕਰਦੇ ਸੀ। 1952 ਦੇ ਵਿੱਚ ਡਾਕਟਰ ਰਵੀ ਦਾ ਪਰਿਵਾਰ ਆਪਣੇ ਜੱਦੀ ਪਿੰਡ ਕਿਲਾ ਹਾਂਸ ਲੁਧਿਆਣੇ ਵਿਖੇ ਆ ਗਿਆ। ਡਾਕਟਰ ਰਵੀ ਨੇ ਐਮਏ, ਡਬਲ ਐਮਏ ਤੇ ਪੀਐਚਡੀ ਪੱਧਰ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਦੀ ਪੀਐਚਡੀ 1968 ਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਦੀ ਨਿਗਰਾਨੀ ਅਧੀਨ ਪੂਰੀ ਹੋਈ। ਇਹ ਪਹਿਲੀ ਪੀਐਚਡੀ ਸੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਦਿੱਤੀ ਗਈ। ਡਾਕਟਰ ਰਵੀ ਨੇ ਪੁੱਟਾ ਦੀ ਸਥਾਪਨਾ ਕੀਤੀ ਤੇ ਕਈ ਵਾਰ ਉਹ ਇਹਦੇ ਪ੍ਰਧਾਨ ਤੇ ਸਕੱਤਰ ਰਹੇ ਤੇ ਉਹਨਾਂ ਦੀ ਸ਼ਹਾਦਤ 19 ਮਈ 1999 ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਹੋਈ। 4-5 ਉਹਨਾਂ ਦੀਆਂ ਕਿਤਾਬਾਂ ਮਿਲਦੀਆਂ ਨੇ, ਜਿਨ੍ਹਾਂ ਦੇ ਵਿੱਚੋਂ 1982 ਦੇ ਵਿੱਚ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਕਿਤਾਬ ਛਪਦੀ ਹੈ। 1986 ਦੇ ਵਿੱਚ ਵਿਰਸਾ ਤੇ ਵਰਤਮਾਨ ਕਿਤਾਬ ਆਉਂਦੀ ਹੈ। 1988 ਦੇ ਵਿੱਚ ਪੰਜਾਬੀ ਰਾਮ ਕਾਵਿ ਕਿਤਾਬ ਆਉਂਦੀ ਹੈ, ਜੋ ਕਿ ਉਹਨਾਂ ਦੇ ਖੋਜ ਪ੍ਰਬੰਧ ਦਾ ਹੀ ਪ੍ਰਕਾਸ਼ਿਤ ਰੂਪ ਹੈ। ਗੁਰਚਰਨ ਸਿੰਘ ਅਰਸ਼ੀ ਫਿਰ 1991 ਦੇ ਵਿੱਚ ਰਵੀ ਚੇਤਨਾ ਕਿਤਾਬ ਸੰਪਾਦਿਤ ਕਰਦੇ ਨੇ, ਜਿਹਦੇ ਵਿੱਚ ਡਾਕਟਰ ਰਵੀ ਦੇ ਲੇਖਾਂ ਦਾ ਸੰਗ੍ਰਹਿ ਹੈ। ਤੇ ਇਸ ਤੋਂ ਬਾਅਦ ਇੱਕ ਕਿਤਾਬ ਪ੍ਰਗਤੀਵਾਦ ਤੇ ਪੰਜਾਬੀ ਸਾਹਿਤ ਡਾਕਟਰ ਰਵੀ ਦੀ ਮਿਲਦੀ ਹੈ, ਜੋ ਕਿ ਉਹਨਾਂ ਦੀ ਸੰਪਾਦਿਤ ਕਿਤਾਬ ਹੈ। ਡਾਕਟਰ ਰਵੀ ਮਾਰਕਸਵਾਦੀ ਪੰਜਾਬੀ ਚਿੰਤਕਾਂ ਦੀ ਦੂਜੀ ਪੀੜ੍ਹੀ ਦੇ ਚਿੰਤਕ ਹੋਏ ਨੇ। ਇਹ ਉਹ ਦੂਜੀ ਪੀੜ੍ਹੀ ਹੈ ਜੋ ਕਿ 20ਵੀਂ ਸਦੀ ਦੇ 8ਵੇਂ ਦਹਾਕੇ ਦੇ ਵਿੱਚ ਪੰਜਾਬੀ ਸਾਹਿਤ ਚਿੰਤਨ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਪੀੜ੍ਹੀ ਦੇ ਵਿੱਚ ਡਾਕਟਰ ਕੇਸਰ ਸਿੰਘ ਕੇਸਰ, ਡਾਕਟਰ ਤੇਜਵੰਤ ਸਿੰਘ ਗਿੱਲ ਤੇ ਗੁਰਬਖਸ਼ ਸਿੰਘ ਫਰੈਂਕ, ਡਾਕਟਰ ਜੋਗਿੰਦਰ ਸਿੰਘ ਰਾਹੀ ਵਰਗੇ ਹੋਰ ਜਿਹੜੇ ਚਿੰਤਕ ਸੀ, ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਸਰਗਰਮ ਰਹੇ। ਡਾਕਟਰ ਹਰਭਜਨ ਭਾਟੀਆ ਦੇ ਅਨੁਸਾਰ ਇਹ ਮਾਰਕਸਵਾਦੀ ਪੰਜਾਬੀ ਚਿੰਤਕਾਂ ਦੀ ਉਹ ਦੂਜੀ ਪੀੜ੍ਹੀ ਹੈ ਜੋ ਕਿ ਆਪਣੇ ਸਮਾਨਾਂਤਰ ਚੱਲ ਰਹੇ ਰੂਪਵਾਦੀ ਸੰਰਚਨਾਵਾਦੀ ਸਾਹਿਤਕ ਚਿੰਤਨ ਦੇ ਨਾਲ ਵਿਰੋਧ ਦਾ ਜਿਹੜਾ ਰਿਸ਼ਤਾ, ਸੰਵਾਦ ਦਾ ਰਿਸ਼ਤਾ ਅਪਣਾਉਂਦੀ ਹੈ ਤੇ ਆਪਣੇ ਤੋਂ ਪਹਿਲੇ ਮਾਰਕਸਵਾਦੀ ਚਿੰਤਕਾਂ ਦੇ ਵਿੱਚੋਂ ਕਿਸੇ ਇੱਕ ਚਿੰਤਕ ਦੀਆਂ ਧਾਰਨਾਵਾਂ ਨੂੰ ਪ੍ਰਮਾਣਿਕ ਮਾਡਲ ਵਜੋਂ ਸਵੀਕਾਰ ਕਰਦਿਆਂ ਦੂਜੇ ਚਿੰਤਕਾਂ ਦੀਆਂ ਧਾਰਨਾਵਾਂ ਦੇ ਖੰਡਨ ਮੰਡਨ ਜਾਂ ਫਿਰ ਵਿਰੋਧ ਦੇ ਵਿੱਚੋਂ ਆਪਣੇ ਸਿਧਾਂਤ ਨੂੰ ਸੰਕਲਪਿਤ ਕਰਦੀ ਹੈ। ਤੇ ਡਾਕਟਰ ਰਵੀ ਦੇ ਚਿੰਤਨ ਨੂੰ ਇਸ ਪੱਖੋਂ ਪ੍ਰੋਫੈਸਰ ਕਿਸ਼ਨ ਸਿੰਘ ਦੇ ਚਿੰਤਨ ਦੀ ਨਿਰੰਤਰਤਾ ਦੇ ਵਿੱਚ ਦੇਖਿਆ ਜਾਂਦਾ ਰਿਹਾ ਹੈ। ਤੇ ਉਹ ਡਾਕਟਰ ਰਵੀ ਦੀ ਜਿਹੜੀ ਪਹਿਲੀ ਕਿਤਾਬ ਹੈ ਉਹ ਪੰਜਾਬੀ ਰਾਮ ਕਾਵਿ ਦੇ ਬਾਰੇ ਆਪਾਂ ਚਰਚਾ ਕਰਾਂਗੇ। ਪੰਜਾਬੀ ਰਾਮ ਕਾਵਿ ਪੰਜਾਬੀ ਦੇ ਵਿੱਚ ਸਰਗੁਣ ਕਾਵਿਧਾਰਾ, ਸਰਗੁਣ ਜਿਹੜੀ ਕਾਵਿਧਾਰਾ ਹੈ ਉਹਦੀ ਇੱਕ ਉਪਕਾਵਿ ਰਾਮ ਕਾਵਿ ਦੇ ਸਮੱਗਰੀ ਸੰਕਲਨ ਦੇ ਨਾਲ ਤੇ ਉਹਦੀ ਅਧਿਐਨ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਡਾਕਟਰ ਰਵੀ ਨੇ 500 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਫੈਲੇ ਹੋਏ ਰਾਮ ਕਾਵਿ ਨੂੰ ਇਕੱਠਾ ਕੀਤਾ, ਉਹਦਾ ਕਾਲਕ੍ਰਮਿਕ ਬਿਉਰਾ ਦਿੱਤਾ ਤੇ ਭਾਰਤੀ ਕਾਵਿ ਸ਼ਾਸਤਰ ਦੇ ਨਿਯਮਾਂ ਦੀ ਸਹਾਇਤਾ ਦੇ ਨਾਲ ਉਹਦਾ ਅਧਿਐਨ ਕੀਤਾ। ਡਾਕਟਰ ਰਵੀ ਨੇ ਇਹਦੇ ਵਿੱਚ ਇਹਦਾ ਇੱਕ ਇਹ ਗੁਣ ਹੈ ਇਸ ਖੋਜ ਕਾਰਜ ਦਾ ਕਿ ਇਹਨੇ ਡਾਕਟਰ ਰਵੀ ਨੇ ਇਹਦੇ ਵਿੱਚ ਇਹ ਪੰਜਾਬੀ ਰਾਮ ਕਾਵਿ ਦੇ ਧਰਮ ਨਿਰਪੱਖ ਚਰਿੱਤਰ ਨੂੰ ਉਭਾਰਿਆ ਤੇ ਇਹ ਜਿਹੜਾ ਉਹਨਾਂ ਦਾ ਖੋਜ ਕਾਰਜ ਹੈ ਉਹ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਨਵਾਂ ਵਾਧਾ ਕਿਹਾ ਜਾ ਸਕਦਾ ਹੈ। ਹਾਲਾਂਕਿ ਇਹਦੇ ਵਿੱਚ ਕੁਝ ਕੁ ਜਿਹੜੀਆਂ ਰਚਨਾਵਾਂ ਨੇ ਉਹ ਸ਼ਾਮਿਲ ਹੋਣੋਂ ਰਹਿ ਗਈਆਂ ਨੇ, ਜਿਵੇਂ ਕਿ ਕਵੀ ਸੌਂਦਾ ਦੀਆਂ ਰਚਨਾਵਾਂ ਮਿਲਦੀਆਂ ਨੇ, ਰਾਮਾਇਣ 12 ਮਾਹ ਤੇ ਰਾਮ ਗੀਤ, ਉਹ ਇਸ ਖੋਜ ਕਾਰਜ ਦੇ ਵਿੱਚ ਸ਼ਾਮਿਲ ਨਹੀਂ ਹੈਗੇ। ਫਿਰ 1982 ਦੇ ਵਿੱਚ ਉਹਨਾਂ ਦੀ ਜਿਹੜੀ ਕਿਤਾਬ ਆਉਂਦੀ ਹੈ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ। ਇਸ ਕਿਤਾਬ ਦੇ ਵਿੱਚ ਡਾਕਟਰ ਰਵੀ ਨੇ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਦੇ ਵੱਖੋ ਵੱਖਰੇ ਸਿਧਾਂਤਕਾਰਾਂ, ਫਿਰ ਉਹਨਾਂ ਦੀਆਂ ਪ੍ਰਾਪਤੀਆਂ, ਸੀਮਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਇਸ ਪ੍ਰਣਾਲੀ ਦੇ ਪਿੱਛੇ ਕੰਮ ਕਰ ਰਹੇ ਦਾਰਸ਼ਨਿਕ ਆਧਾਰ ਨੂੰ ਘੋਖਿਆ ਤੇ ਫਿਰ ਉਸ ਨੂੰ ਸਾਮਰਾਜੀ ਹਿੱਤਾਂ ਦੇ ਨਾਲ ਜਿਹੜਾ ਹੈ ਉਹ ਜੋੜਿਆ। ਇਹ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਰੂਪਵਾਦੀ ਸਾਹਿਤ ਚਿੰਤਨ ਦੀ ਹੀ ਇੱਕ ਸ਼ਾਖ ਹੈ। ਰੂਪਵਾਦੀ ਸਾਹਿਤ ਚਿੰਤਨ
रूस दे विच रूसी रूपवाद के नाम नाल ते अमेरिका दे विच नव आलोचना नवीन आलोचना के नाम दे नाल मशहूर होया। हालांकि ये होर भी नाम ने। डॉक्टर रवि के अनुसार इनू रूपवादी साहित्य चिंतन, पाठमूलक आलोचना, अस्तित्वक आलोचना जिहड़ा है वो कह दिता जाता रहा, पर इहदा जिहड़ा ज़्यादा प्रचलित नाम है अमेरिका दे विच वो नवीन आलोचना जिहड़ा है वो ही रहा। इस ਦੀ शुरुआत बारे जे गल करिए तो जे.ई. स्पिनगारन 1910 ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਭਾਸ਼ਣ ਦਿੰਦੇ ਨੇ ਤੇ ਦ ਨਿਊ ਕ੍ਰਿਟਿਸਿਜ਼ਮ ਸਿਰਲੇਖ ਹੇਠ ਤੇ ਇਸ ਆਲੋਚਨਾ ਪ੍ਰਣਾਲੀ ਦੇ ਮੂਲ ਦ੍ਰਿਸ਼ਟੀਕੋਣ ਦੀ ਸ਼ੁਰੂਆਤ ਜਿਹੜੀ ਹੈ ਉਹ ਜੇ.ई. ਸਪਿਨਗਾਰਨ ਦੇ ਇਸ ਭਾਸ਼ਣ ਦੇ ਵਿੱਚੋਂ ਮੰਨੀ ਜਾਂਦੀ ਹੈ, ਜੋ ਕਿ ਬਾਅਦ 'ਚ ਲੇਖ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਹੋਇਆ। ਉਂਝ ਇਹਦੀ ਜਿਹੜੀ ਸਥਾਪਨਾ ਹੈ, ਇਹਦੀ ਜਿਹੜੀ ਪ੍ਰਮਾਣਿਕਤਾ ਹੈ ਉਹ ਜ਼ਿਆਦਾ ਇਹਨੂੰ ਮਿਲੀ ਸੀ ਜੇ.ਸੀ. ਰੈਂਸਮ ਦੀ ਕਿਤਾਬ ਦ ਨਿਊ ਕ੍ਰਿਟਿਸਿਜ਼ਮ, ਜੋ ਕਿ 1941 ਦੇ ਵਿੱਚ ਛਪਦੀ ਹੈ। ਇਸ ਆਲੋਚਨਾ ਪ੍ਰਣਾਲੀ ਦੀ ਜੇਕਰ ਇਤਿਹਾਸਕ ਪਿਛੋਕੜ ਦੇ ਬਾਰੇ ਗੱਲ ਕਰੀਏ, ਜਿਸ ਨੇ ਇਸ ਆਲੋਚਨਾ ਪ੍ਰਣਾਲੀ ਦੇ ਬਣਨ ਦੇ ਲਈ ਆਧਾਰ ਤਿਆਰ ਕੀਤਾ, ਉਹਦੇ ਬਾਰੇ ਜ਼ਿਆਦਾਤਰ ਕਾਰਨਾਂ ਦੇ ਵਿੱਚੋਂ ਇੱਕ ਇਹ ਕਿਹਾ ਜਾਂਦਾ ਹੈ ਕਿ ਵਰਡਸਵਰਥ ਵਰਗੇ ਰੋਮਾਂਸਵਾਦੀਆਂ ਦੀ ਉਪਭਾਵੁਕਤਾ, ਉਹਨਾਂ ਦੀ ਅੰਤਰਮੁਖਤਾ ਤੇ ਪ੍ਰਭਾਵਵਾਦ ਤੇ ਵਿਅਕਤੀਵਾਦ ਦੇ ਵਿਰੋਧ ਦੇ ਵਿੱਚੋਂ ਟੀ.ਐਸ. ਇਲੀਅਟ, ਟੀ.ਈ. ਹਿਊਮ, ਐਜ਼ਰਾ ਪਾਉਂਡ, ਮੈਥਿਊ ਆਰਨਲਡ ਵਰਗੇ ਚਿੰਤਕਾਂ ਨੇ ਪਰੰਪਰਾ ਨੂੰ, ਅਵਿਅਕਤੀਗਤਤਾ ਨੂੰ, ਉਪਭਾਵੁਕਤਾ ਮੁਕਤ ਬਾਹਰ ਮੁਖਤਾ ਨੂੰ ਸਾਹਿਤ ਚਿੰਤਨ ਦੇ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ ਤੇ ਜਿਹਦੇ ਵਿੱਚੋਂ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਦਾ ਮੁੱਢ ਬੱਝਿਆ। ਇਹਦੇ ਹੋਰ ਕਾਰਨ ਜਿਹੜੇ ਗਿਣੇ ਜਾਂਦੇ ਨੇ ਕਿ ਉਸ ਸਮੇਂ ਮਨੋਵਿਗਿਆਨ ਵਰਗੀਆਂ ਜਿਹੜੀਆਂ ਆਲੋਚਨਾ ਪ੍ਰਣਾਲੀਆਂ ਨੇ ਜਾਂ ਫਿਰ ਮਾਨਵਵਾਦ ਤੇ ਇਤਿਹਾਸਵਾਦੀ ਆਲੋਚਨਾ ਹੈ, ਉਹ ਕਲਾ ਦੀ ਥਾਂ ਕਲਾਕਾਰ ਨੂੰ ਜਿਹੜੀ ਆ ਉਹ ਅਕਾਦਮਿਕ ਹਲਕਿਆਂ ਦੇ ਵਿੱਚ ਜ਼ਿਆਦਾ ਸਪੇਸ ਦੇ ਰਹੀ ਸੀ ਤੇ ਉਸ ਦੇ ਵਿਰੋਧ ਦੇ ਵਿੱਚੋਂ ਕਲਾ ਨੂੰ ਅਧਿਐਨ ਦਾ ਕੇਂਦਰ ਬਣਾਉਣ ਦੇ ਲਈ ਇਹ ਜਿਹੜੀ ਆਲੋਚਨਾ ਪ੍ਰਣਾਲੀ ਹੈ ਇਹਦੀ ਸ਼ੁਰੂਆਤ ਕੀਤੀ ਗਈ। ਤੇ ਇਸ ਤੋਂ ਬਿਨਾਂ ਮਨੁੱਖ ਦੀ ਵਿਗਿਆਨਕ ਜਿਹੜੀ ਸੋਚ ਵਿਧੀ ਹੈ, ਉਹਦੀ ਵਿਗਿਆਨਕ ਚੇਤਨਾ ਹੈ, ਉਹਦੇ ਕਾਰਨ ਉਹਦੀ ਬਾਹਰਮੁਖੀ ਨਿਯਮਾਂ ਦੀ ਜਿਹੜੀ ਮਿਆਰਾਂ ਦੀ ਸਥਾਪਤੀ ਹੈ, ਉਸ ਸਥਾਪਤੀ ਦੀ ਜਿਹੜੀ ਰੀਝ ਸੀ ਉਹਦੇ ਵਿੱਚੋਂ ਵੀ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਦਾ ਜਿਹੜਾ ਮੁੱਢ ਹੈ ਉਹ ਮੰਨਿਆ ਜਾਂਦਾ ਹੈ। ਡਾਕਟਰ ਰਵਿੰਦਰ ਸਿੰਘ ਰਵੀ ਨੇ ਇਹਦੇ ਦੋ ਕਾਰਨ ਜਿਹੜੇ ਨੇ ਉਹ ਹੋਰ ਦੱਸੇ ਨੇ। ਇੱਕ ਤਾਂ ਇਹ ਕਾਰਨ ਹੈ ਕਿ ਜਦੋਂ ਆਧੁਨਿਕ ਦੌਰ ਦੀ ਆਧੁਨਿਕਤਾ ਦੀ ਸ਼ੁਰੂਆਤ ਹੁੰਦੀ ਹੈ, ਆਧੁਨਿਕ ਸਾਹਿਤ ਹੋਂਦ ਦੇ ਵਿੱਚ ਆਉਂਦਾ ਹੈ, ਤਾਂ ਉਸ ਸਮੇਂ ਅਮਰੀਕਨ ਸਾਊਥ ਦੇ ਜਿਹੜੇ ਕੁਝ ਕਵੀ ਆਲੋਚਕ ਸੀ ਉਹ ਇਹਦਾ ਵਿਰੋਧ ਕਰਦੇ ਨੇ। ਉਹ ਆਪਣੇ ਅਮਰੀਕਾ ਦੇ ਵਿੱਚ ਹੋ ਰਹੇ ਉਦਯੋਗੀਕਰਨ ਤੋਂ, ਆਧੁਨਿਕੀਕਰਨ ਤੋਂ, ਮਨੁੱਖੀ ਸ਼ਖਸੀਅਤ ਦੇ ਵਿਗਠਨ ਤੋਂ, ਆਪਾਧਾਪੀ ਤੋਂ ਬਹੁਤ ਚਿੰਤਤ ਹੋਏ ਤੇ ਉਹਨਾਂ ਨੇ ਇਹਦੇ ਵਿਰੋਧ ਦੇ ਵਿੱਚੋਂ ਜਿਹੜਾ ਉਹ ਇਸ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਤੇ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਦ ਫਿਊਜ਼ਿਟਿਵ ਪੱਤਰਿਕਾ ਦੇ ਵਿੱਚ ਛਪਣੇ ਸ਼ੁਰੂ ਹੋਏ, ਜਿਹਦੀ 1922 ਤੋਂ 25 ਤੱਕ ਸਾਂਝੀ ਸੰਪਾਦਨਾ ਜੇ.ਸੀ. ਰੈਂਸਮ ਤੇ ਦੂਜੇ ਪਾਸੇ ਐਲਨ ਟੇਟ ਨੇ ਸਾਂਝੇ ਰੂਪ 'ਚ ਕੀਤੀ। ਫਿਰ ਇਹਦਾ ਦੂਸਰਾ ਕਾਰਨ ਜਿਹੜਾ ਡਾਕਟਰ ਰਵੀ ਦੱਸਦੇ ਨੇ ਉਹ ਕਾਰਨ ਹੈ ਜੋ ਕਿ ਉਹਨਾਂ ਦੇ ਸਮੁੱਚੇ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਦੇ ਆਪਾਂ ਕਹੀਏ ਕਿ ਚਿੰਤਨ ਦਾ, ਉਹਨਾਂ ਦੁਆਰਾ ਕੀਤੇ ਗਏ ਅਧਿਐਨ ਦਾ ਜਿਹੜਾ ਨਿਚੋੜ ਵੀ ਹੈ ਉਹ ਹੈ ਕਿ ਉਹ ਇਸ ਆਲੋਚਨਾ ਪ੍ਰਣਾਲੀ ਦਾ ਜਿਹੜਾ ਆਧਾਰ ਮੰਨਦੇ ਨੇ ਉਹ ਆਦਰਸ਼ਵਾਦੀ ਜੀਵਨ ਤੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਮੰਨਦੇ ਨੇ। ਉਹਨਾਂ ਦਾ ਇਹ ਮੰਨਣਾ ਸੀ ਕਿ ਜਿਹੜੀ ਇਹ ਨਵੀਨ ਆਲੋਚਨਾ ਪ੍ਰਣਾਲੀ ਹੈ ਇਹਨੇ ਪਾਠ ਆਧਾਰਿਤ ਆਲੋਚਨਾ ਨੂੰ ਤਰਜੀਹ ਦਿੱਤੀ ਤੇ ਕਿਸੇ ਸਾਹਿਤਕ ਕ੍ਰਿਤ ਦੇ ਵਸਤੂ ਨੂੰ, ਉਹਦੇ ਸਮਾਜ ਸੱਭਿਆਚਾਰਕ ਸੰਦਰਭ ਨੂੰ ਖਾਰਜ ਕਰਕੇ ਨਿਰੋਲ ਉਸ ਨੂੰ ਇੱਕ ਖੁਦਮੁਖਤਿਆਰ ਹੋਂਦ ਮੰਨਦਿਆਂ ਉਹਦੇ ਅਧਿਐਨ ਤੇ ਜ਼ੋਰ ਦਿੱਤਾ। ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਪਾਠ ਆਧਾਰਿਤ ਆਲੋਚਨਾ ਉਸ ਸਮੇਂ ਦੀ ਬੁਰਜੂਆ ਜਿਹੜੀ ਸਥਾਪਤੀ ਹੈ ਉਹਨੂੰ ਰਾਸ ਆਉਂਦੀ ਸੀ, ਕਿਉਂਕਿ ਬੁਰਜੂਆਜੀ ਕਿਸੇ ਸਪਸ਼ਟ ਤੇ ਸਿੱਧੇ ਹਮਲੇ ਨੂੰ ਕਦੇ ਪ੍ਰਵਾਨ ਤੇ ਪਸੰਦ ਨਹੀਂ ਕਰਦੀ ਹੈਗੀ। ਉਹਨਾਂ ਦਾ ਇਹ ਮੰਨਣਾ ਸੀ ਕਿ ਇਸ ਕਿਉਂਕਿ ਬੁਰਜੂਆਜੀ ਕਿਸੇ ਸਿੱਧੇ ਹਮਲੇ ਨੂੰ, ਕਿਸੇ ਸਪਸ਼ਟਤਾ ਨੂੰ ਪਸੰਦ ਨਹੀਂ ਕਰਦੀ ਤੇ ਉਸ ਸਮੇਂ ਦੇ ਸਾਹਿਤ ਦੇ ਵਿੱਚ ਅਸਪਸ਼ਟਤਾ ਦੀ, ਅੰਤਰਮੁਖਤਾ ਦੀ, ਅਨਿਸ਼ਚਿਤਤਾ ਦੀ ਜਿਹੜੀ ਗੱਲ ਹੋ ਰਹੀ ਸੀ, ਤਾਂ ਇਸ ਗੱਲ ਦੇ ਹੁੰਦੇ ਰਹਿਣ ਦੇ ਲਈ ਜ਼ਰੂਰੀ ਸੀ ਕਿ ਇਹਦੀ ਆਲੋਚਨਾ ਨਾ ਕੀਤੀ ਜਾਵੇ। ਇਸ ਕਰਕੇ ਨਵ ਅਮਰੀਕਨ ਜਿਹੜੇ ਆਲੋਚਨਾ ਹੈ ਉਹਦੇ ਸਿਧਾਂਤਕਾਰਾਂ ਨੇ ਨਿਰੋਲ ਪਾਠ ਆਧਾਰਿਤ ਆਲੋਚਨਾ ਨੂੰ ਤਰਜੀਹ ਦਿੱਤੀ। ਇਸ ਲਈ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਹੁਣ ਦੇਖਦੇ ਆਪਾਂ ਕਿ ਜਿਹੜਾ ਇਹ ਦੂਸਰਾ ਕਾਰਨ ਹੈ
ਇਹ ਜਿਹੜੀ ਨਵ ਅਮਰੀਕਨ ਆਲੋਚਨਾ ਹੈ ਉਸ ਨੂੰ ਆਧੁਨਿਕੀਕਰਨ ਜਿਹੜਾ ਹੈ ਉਹ ਜਾਂ ਫਿਰ ਬੁਰਜੂਆ ਸਥਾਪਤੀ ਹੈ ਉਹਦੇ ਪੱਖ ਦੇ ਵਿੱਚ ਭੁਗਤ ਰਹੀ ਦਰਸਾ ਰਿਹਾ ਹੈ। ਤਾਂ ਇਸ ਤਰ੍ਹਾਂ ਜੇਕਰ ਆਪਾਂ ਇਹਨਾਂ ਦੋਨੋਂ ਕਾਰਨਾਂ ਨੂੰ ਦੇਖਦੇ ਹਾਂ ਤਾਂ ਅਮਰੀਕਨ ਆਲੋਚਨਾ ਜਿਹੜੀ ਹੈ ਨਵ ਅਮਰੀਕਨ ਆਲੋਚਨਾ ਇਹਦੀ ਪੈਦਾਇਸ਼ ਦੇ ਇਹ ਦੋਨੋਂ ਕਾਰਨ ਹੀ ਅੰਤਰ ਵਿਰੋਧੀ ਲੱਗਦੇ ਨੇ ਜਿਹੜੇ ਕਿ ਡਾਕਟਰ ਰਵੀ ਨੇ ਦੱਸੇ ਨੇ। ਪਹਿਲਾ ਕਾਰਨ ਹੈ ਉਹ ਇਹ ਦਰਸਾਉਂਦਾ ਹੈ ਕਿ ਨਵ ਅਮਰੀਕਨ ਆਲੋਚਨਾ ਜਿਹੜੀ ਹੈ ਉਹ ਆਧੁਨਿਕੀਕਰਨ ਉਦਯੋਗੀਕਰਨ ਪ੍ਰਤੀ ਚਿੰਤਾ ਦੇ ਵਿੱਚੋਂ ਉਹਦੇ ਵਿਰੋਧ ਦੇ ਵਿੱਚੋਂ ਪੈਦਾ ਹੋਈ। ਪਰ ਉਹਨਾਂ ਦਾ ਜਿਹੜਾ ਦੂਸਰਾ ਸਿੱਟਾ ਹੈ ਨਵ ਅਮਰੀਕਨ ਆਲੋਚਨਾ ਦੇ ਬਾਰੇ ਜੋ ਕਿ ਉਹ ਕਾਰਨ ਵੀ ਦੱਸਦੇ ਨੇ ਇਹਦੇ ਪੈਦਾ ਹੋਣ ਦਾ, ਉਹ ਇਸ ਨੂੰ ਆਧੁਨਿਕ ਯੁੱਗ ਦੀਆਂ ਜਿਹੜੀਆਂ ਜੀਵਨ ਕੀਮਤਾਂ ਨੇ ਜੋ ਕਿ ਬੁਰਜੂਆ ਸਥਾਪਤੀ ਦੇ ਹੱਕ ਵਿੱਚ ਭੁਗਤਦੀਆਂ ਨੇ ਉਹਦੇ ਪੱਖ ਦੇ ਵਿੱਚ ਦਰਸਾ ਰਿਹਾ। ਤਾਂ ਹੁਣ ਇੱਥੇ ਜੇਕਰ ਡਾਕਟਰ ਰਵੀ ਦੇ ਕਹੇ ਅਨੁਸਾਰ ਆਪਾਂ ਇਹ ਮੰਨ ਲਈਏ ਕਿ ਜਿਹੜੇ ਨਵ ਅਮਰੀਕਨ ਸਿਧਾਂਤਕਾਰ ਸੀ T.S. ਇਲੀਅਟ ਵਰਗੇ ਉਹ ਪਰੰਪਰਾ ਦੀ ਤਾਂ ਗੱਲ ਕਰ ਹੀ ਰਹੇ ਸੀ, ਪਰ ਜੇਕਰ ਉਹ ਬਾਹਰ ਮੁਖਤਾ ਦੀ ਤੇ ਅਵਿਅਕਤੀਗਤਤਾ ਦੀ ਜਿਹੜੀ ਬਾਹਰੀ ਖੋਲ ਪਾ ਕੇ ਸਿਰਫ ਪਾਠ ਆਧਾਰਿਤ ਆਲੋਚਨਾ ਦਾ ਬਾਹਰੀ ਖੋਲ ਪਾ ਕੇ ਅਸਲ ਦੇ ਵਿੱਚ ਆਧੁਨਿਕ ਯੁੱਗ ਦੀਆਂ ਜੀਵਨ ਕੀਮਤਾਂ ਉੱਥੋਂ ਦੇ ਵਿਗਠਨ ਤੇ ਅੰਤਰਮੁਖਤਾ ਤੇ ਅਨਿਸ਼ਚਿਤਤਾ ਦੇ ਹੱਕ ਦੇ ਵਿੱਚ ਹੀ ਭੁਗਤ ਰਹੇ ਸੀ, ਤਾਂ ਫਿਰ ਨਵ ਅਮਰੀਕਨ ਆਲੋਚਨਾ ਨੂੰ ਇਸ ਆਧੁਨਿਕੀਕਰਨ ਦੇ ਵਿਰੋਧ ਦੇ ਵਿੱਚੋਂ ਪੈਦਾ ਹੋਈ ਸਿਰਜਣਾ ਕਿਵੇਂ ਕਿਹਾ ਜਾ ਸਕਦਾ ਹੈ। ਕਿਸੇ ਵੀ ਆਲੋਚਨਾ ਪ੍ਰਣਾਲੀ ਦੀ ਪੈਦਾਇਸ਼ ਜਾਂ ਉਤਪਤੀ ਦੇ ਦੋ ਕਾਰਕੀ ਆਧਾਰ ਇੱਕ ਦੂਜੇ ਤੋਂ ਅੰਤਰ ਵਿਰੋਧੀ ਤਾਂ ਹੋ ਨਹੀਂ ਸਕਦੇ। ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਇਹਨਾਂ ਦੋਨੇ ਕਾਰਨਾਂ ਨੂੰ ਡਾਕਟਰ ਰਵੀ ਦੁਆਰਾ ਜਾਇਜ਼ਤਾ ਪ੍ਰਦਾਨ ਕਰਨਾ ਵਾਜਬ ਨਹੀਂ ਹੈਗਾ। ਅੱਗੇ ਜੇਕਰ ਆਪਾਂ ਇਹਦੀ ਨਵ ਅਮਰੀਕਨ ਆਲੋਚਨਾ ਦੇ ਸਿਧਾਂਤਕਾਰਾਂ ਦੇ ਬਾਰੇ ਗੱਲ ਕਰੀਏ, T.S. ਇਲੀਅਟ ਦੇ ਬਾਰੇ ਆਪਾਂ ਕਲਾਸ ਦੇ ਵਿੱਚ ਗੱਲ ਕਰ ਚੁੱਕੇ ਹਾਂ ਤੇ ਐਲਨ ਟੇਟ ਦੇ ਬਾਰੇ ਤੁਸੀਂ ਇੱਕ ਲੈਕਚਰ ਡਾਕਟਰ ਸੁਰਜੀਤ ਕੋਲੋਂ ਸੁਣ ਚੁੱਕੇ ਹੋ। ਇਸ ਤੋਂ ਬਾਅਦ ਸਪਿਨਗਾਰਨ ਤੋਂ ਬਾਅਦ J.C. ਰੈਂਸਮ ਜਿਹੜਾ ਨਵ ਅਮਰੀਕਨ ਆਲੋਚਨਾ ਦਾ ਜਿਹੜਾ ਸਿਧਾਂਤਕਾਰ ਹੈ ਉਹ ਆਉਂਦਾ ਹੈ। ਉਹਨੇ ਕਲਾ ਤੇ ਵਿਗਿਆਨ ਦੇ ਵਿੱਚ ਨਿਖੇੜਾ ਕਰਦਿਆਂ ਇੱਕ ਤਰ੍ਹਾਂ ਨਾਲ ਕਲਾ ਤੋਂ ਪ੍ਰਾਪਤ ਹੋਣ ਵਾਲੇ ਗਿਆਨ ਨੂੰ ਵਿਗਿਆਨਕ ਗਿਆਨ ਦੇ ਨਾਲੋਂ ਉੱਤਮ ਦਰਜਾ ਦਿੱਤਾ। ਉਹਦਾ ਹੀ ਮੰਨਣਾ ਸੀ ਕਿ ਵਿਗਿਆਨ ਜਿਹੜਾ ਉਹ ਮਨੋਰਥ ਯੁਕਤ ਗਿਆਨ ਹੈ, ਪਰ ਕਲਾ ਜਿਹੜੀ ਹੈ ਉਹ ਮਨੋਰਥ ਮੁਕਤ ਗਿਆਨ ਹੈ। ਤੇ ਇਸੇ ਤਰ੍ਹਾਂ ਕਲਾ ਜਿਹੜੀ ਹੈ ਉਹ ਬਿੰਬਾਂ ਦੀ ਜ਼ਿਆਦਾ ਵਰਤੋਂ ਕਰਦੀ ਹੈ, ਪਰ ਵਿਗਿਆਨ ਸ਼ਬਦ ਨੂੰ ਉਹਦੀ ਬਿੰਬ ਸਿਰਜਕ ਸ਼ਕਤੀ ਤੋਂ ਸੱਖਣਾ ਕਰ ਦਿੰਦਾ ਹੈ। ਵਿਗਿਆਨ ਦੀ ਭਾਸ਼ਾ ਬੋਧ ਉਤੇਜਕ ਡੈਨੋਟੇਟਿਵ ਹੈ ਇਹ, ਪਰ ਕਲਾ ਦੀ ਭਾਸ਼ਾ ਕਾਵ ਦੀ ਭਾਸ਼ਾ ਐਵੋਕੇਟਿਵ ਹੈ, ਇਹ ਭਾਵ ਉਤੇਜਕ ਹੈ। J.C. ਰੈਂਸਮ ਨੇ ਕਿਸੇ ਵੀ ਕਲਾ ਦੀ ਜਾਂ ਕਵਿਤਾ ਦੀ ਜਿਹੜੀ ਹੋਂਦ ਵਿਧੀ ਹੈ ਖਾਸ ਕਰ ਕਵਿਤਾ ਦੀ, ਉਹਨੂੰ ਦੋ ਇਹਦੇ ਆਧਾਰ ਮੰਨੇ, ਬਣਤਰ ਤੇ ਬੁਣਤਰ। ਉਹਨੇ ਇਹਦੇ ਵਿੱਚੋਂ ਬੁਣਤਰ ਨੂੰ ਜਿਹੜਾ ਹੈ ਉਹ ਸਾਹਿਤ ਆਲੋਚਨਾ ਦਾ ਕੇਂਦਰ ਬਣਾਏ ਜਾਣ ਦੀ ਗੱਲ ਕੀਤੀ। ਰੈਂਸਮ ਦਾ ਇਹ ਮੰਨਣਾ ਸੀ ਕਿ ਕਲਾ ਜਿਹੜੀ ਹੈ ਉਹ ਪ੍ਰਾਨੈਤਿਕ ਹੁੰਦੀ ਹੈ, ਇਸ ਕਰਕੇ ਕਿਸੇ ਵੀ ਜਿਹੜੀ ਕਲਾਤਮਕ ਕਿਰਤ ਹੈ ਉਹਦਾ ਅਧਿਐਨ ਜਿਹੜਾ ਹੈ ਉਹ ਨੈਤਿਕ ਦੀ ਥਾਂ ਤੇ ਨੈਤਿਕ ਪੱਖਾਂ ਦੀ ਥਾਂ ਤੇ ਨੈਤਿਕ ਪ੍ਰਸੰਗ ਦੀ ਥਾਂ ਤੇ ਉਹਦੇ ਕੇਵਲ ਸੁਹਜਾਤਮਕ ਪੱਖ ਨੂੰ ਹੀ ਅਧਿਐਨ ਦਾ ਕੇਂਦਰ ਜਿਹੜਾ ਹੈ ਉਹ ਬਣਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਬਲੈਕਮਰ ਆਉਂਦਾ ਹੈ। ਬਲੈਕਮਰ ਨੇ ਜੈਸਚਰ ਨੂੰ ਜਿਹੜਾ ਹੈ ਉਹ ਕਾਵ ਦੀ ਹੋਂਦ ਵਿਧੀ ਦਾ ਆਧਾਰ ਮੰਨਿਆ। ਉਹਨੇ ਜੈਸਚਰ ਨੂੰ ਨਿਰਾਕਾਰ ਅਰਥਾਂ ਦਾ ਸਾਕਾਰ ਨਾਟਕੀ ਪ੍ਰਗਟਾ ਮੰਨਿਆ, ਜਿਹਦੇ ਵਿੱਚ ਗਤੀਸ਼ੀਲ ਅਰਥ ਭਰਪੂਰਤਾ ਜਿਹੜੀ ਹੈ ਉਹ ਕੰਮ ਕਰਦੀ ਹੈ। ਬਲੈਕਮਰ ਦਾ ਇਹ ਮੰਨਣਾ ਸੀ ਕਿ ਕਾਵ ਸਿਰਜਿਆ ਗਿਆ ਜੀਵਨ ਹੁੰਦਾ, ਜੀਵਿਆ ਗਿਆ ਜੀਵਨ ਨਹੀਂ ਹੁੰਦਾ। ਇਸ ਕਰਕੇ ਕਿਸੇ ਵੀ ਕਾਵ ਦੀ ਜਿਹੜੀ ਆਲੋਚਨਾ ਹੈ ਉਹ ਇਸ ਸਿਰਜੇ ਗਏ ਜੀਵਨ ਦੇ ਆਧਾਰ ਤੇ ਹੀ ਹੋਣੀ ਚਾਹੀਦੀ ਹੈ। ਬਲੈਕਮਰ ਇਹ ਕਹਿੰਦਾ ਹੈ ਕਿ ਸਾਹਿਤ ਦੇ ਵਿੱਚ ਪ੍ਰਤਿਬੱਧਤਾ ਦੀ ਕੋਈ ਥਾਂ ਨਹੀਂ ਹੈਗੀ, ਇਸ ਕਰਕੇ ਸਾਹਿਤ ਜਿਹੜਾ ਹੈ ਉਹਦਾ ਅਧਿਐਨ ਜਿਹੜਾ ਉਹ ਕਿਸੇ ਪ੍ਰਸੰਗ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਕਲਿੰਥ ਬਰੁਕਸ ਨੇ ਵਿਰੋਧਾਭਾਸ ਨੂੰ ਕਾਵ ਦੀ ਕਵਿਤਾ ਦੀ ਹੋਂਦ ਵਿਧੀ ਦਾ ਆਧਾਰ ਮੰਨਿਆ ਤੇ ਐਲਨ ਟੇਟ ਨੇ ਤਣਾਅ ਨੂੰ ਮੰਨਿਆ। ਤੇ ਉਹਦਾ ਐਲਨ ਟੇਟ ਦਾ ਵੀ ਇਹ ਮੰਨਣਾ ਸੀ ਕਿ ਕਲਾ ਤੇ ਵਿਗਿਆਨ ਦੇ ਗਿਆਨ ਦੇ ਵਿੱਚ ਜਿਹੜਾ ਉਹ ਫਰਕ ਹੁੰਦਾ ਹੈ। ਤੇ ਐਲਨ ਟੇਟ ਵੀ ਕਵਿਤਾ ਦੇ ਬਾਹਰੀ ਕਿਸੇ ਵੇਰਵੇ ਨੂੰ ਅਧਿਐਨ ਦਾ ਕੇਂਦਰ ਬਣਾਏ ਜਾਣ ਦਾ ਜਿਹੜਾ ਉਹ ਵਿਰੋਧ ਕਰਦਾ ਹੈ। ਇਹਨਾਂ ਸਾਰੇ ਚਿੰਤਕਾਂ ਦੀਆਂ ਇੱਕ ਤਰ੍ਹਾਂ ਨਾਲ ਅਧਿਐਨ ਤੋਂ ਬਾਅਦ ਡਾਕਟਰ ਰਵਿੰਦਰ ਸਿੰਘ ਰਵੀ ਨਵੀਨ ਅਮਰੀਕਨ ਆਲੋਚਨਾ ਦੇ ਸਾਂਝੇ ਲੱਛਣਾਂ ਦੇ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਉਹਦਾ ਪਹਿਲਾ ਲੱਛਣ ਇਹ ਦੱਸਦੇ ਨੇ ਕਿ ਇਹ ਆਦਰਸ਼ਵਾਦੀ ਵਿਸ਼ਵ ਦ੍ਰਿਸ਼ਟੀਕੋਣ ਦੇ ਹੱਕ ਦੇ ਵਿੱਚ ਭੁਗਤਦੀ ਹੈ ਤੇ ਜੋ ਕਿ ਬੁਰਜੂਆ ਸਥਾਪਤੀ ਦਾ ਪੱਖੀ ਹੈ
ਤੇ ਪ੍ਰਤੀਗਾਮੀ ਵੀ ਹੈ। ਇਸ ਤੋਂ ਬਿਨਾਂ ਇਹ ਕਿਸੇ ਵੀ ਕਲਾਕ੍ਰਿਤ ਦਾ ਪ੍ਰਸੰਗ ਮੁਕਤ ਨਿਰੋਲ ਪਾਠ ਆਧਾਰਿਤ ਅਧਿਐਨ ਕਰਨ ਵਾਲੀ ਆਲੋਚਨਾ ਪ੍ਰਣਾਲੀ ਹੈ। ਇਹ ਉਸ ਕਿਸੇ ਵੀ ਕਲਾਕ੍ਰਿਤ ਨੂੰ ਉਹਦੇ ਇੱਕ ਤਰ੍ਹਾਂ ਨਾਲ ਜੀਵਨੀਗਤ ਵੇਰਵਿਆਂ ਤੋਂ ਤੇ ਉਹਦੇ ਰਾਜਨੀਤਿਕ ਤੇ ਨੈਤਿਕ ਪ੍ਰਭਾਵਾਂ ਤੋਂ ਮੁਕਤ ਕਰਕੇ ਉਹਦੀ ਖੁਦਮੁਖਤਿਆਰ ਹੋਂਦ ਨੂੰ ਆਪਣੀ ਚਰਚਾ ਦਾ ਕੇਂਦਰ ਬਣਾਉਣ ਵਾਲੀ ਆਲੋਚਨਾ ਵਿਧੀ ਹੈ। ਤੇ ਇਸ ਦੇ ਵਿੱਚ ਇਹ ਆਲੋਚਨਾ ਪ੍ਰਣਾਲੀ ਸਰਲ ਅਰਥ ਤੇ ਅਸਲ ਅਰਥ ਦਾ ਨਿਖੇੜਾ ਕਰਕੇ ਸਰਲ ਅਰਥ ਦੇ ਸੰਪੂਰਨ ਤਿਆਗ ਤੇ ਅਸਲ ਅਰਥ ਨੂੰ ਹੀ ਸਾਹਿਤਕ ਰਚਨਾ ਦਾ ਤੇ ਸਾਹਿਤਕ ਅਧਿਐਨ ਦਾ ਕੇਂਦਰ ਬਣਾਉਣ ਦੀ ਜਿਹੜੀ ਹੈ ਉਹ ਗੱਲ ਕਰਦੀ ਹੈ। ਇਸ ਤੋਂ ਬਿਨਾਂ ਇਹ ਆਲੋਚਨਾ ਪ੍ਰਣਾਲੀ ਕਾਵ ਦੇ ਕਿਸੇ ਇੱਕ ਤੱਤ ਜਿਵੇਂ ਬੁਣਤਰ ਤਣਾਉ ਵਿਰੋਧਾਭਾਸ ਨੂੰ ਕਾਵ ਦੀ ਸਮੁੱਚੀ ਹੋਂਦ ਵਿਧੀ ਦੇ ਉੱਤੇ ਢੁਕਾਉਣ ਦੀ ਗੱਲ ਕਰਦੀ ਹੈ ਤੇ ਕਲਾ ਤੇ ਵਿਗਿਆਨ ਦੇ ਗਿਆਨ ਦੇ ਵਿੱਚ ਨਿਖੇੜਾ ਕਰਦਿਆਂ ਕਲਾਤਮਕ ਗਿਆਨ ਨੂੰ ਵਿਗਿਆਨਕ ਗਿਆਨ ਦੇ ਨਾਲੋਂ ਉੱਤਮ ਜਿਹੜਾ ਉਹ ਦਰਸਾਉਂਦੀ ਹੈ। ਇਸ ਤੋਂ ਬਾਅਦ ਡਾਕਟਰ ਰਵਿੰਦਰ ਸਿੰਘ ਰਵੀ ਨਵ ਅਮਰੀਕਨ ਆਲੋਚਨਾ ਦੀਆਂ ਜਿਹੜੀਆਂ ਪ੍ਰਾਪਤੀਆਂ ਤੇ ਸੀਮਾਵਾਂ ਦਾ ਲੇਖਾ ਜੋਖਾ ਕਰਦੇ ਨੇ। ਉਹਨਾਂ ਦਾ ਇਹ ਮੰਨਣਾ ਸੀ ਕਿ ਨਵ ਅਮਰੀਕਨ ਆਲੋਚਨਾ ਨੇ ਪਾਠ ਦੀ ਨੂੰ ਕੇਂਦਰ ਦੇ ਵਿੱਚ ਲਿਆ ਕੇ ਇੱਕ ਤਰੀਕੇ ਨਾਲ ਪਾਠ ਦੀ ਮਹੱਤਤਾ ਨੂੰ ਸਾਹਮਣੇ ਲਿਆਉਂਦਾ ਤੇ ਇਸ ਤੋਂ ਬਿਨਾਂ ਸਾਹਿਤ ਸ਼ਾਸਤਰ ਨੂੰ ਬਾਹਰਮੁਖੀ ਤੇ ਵਿਗਿਆਨਕ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਇਹ ਕਿਉਂਕਿ ਪ੍ਰਸੰਗ ਤੋਂ ਮੁਕਤ ਪਾਠ ਆਧਾਰਿਤ ਆਲੋਚਨਾ ਕਰਨ ਵਾਲੀ ਆਲੋਚਨਾ ਪ੍ਰਣਾਲੀ ਆਲੋਚਨਾ ਵਿਧੀ ਹੈ, ਇਸ ਲਈ ਇਹ ਸਾਹਿਤ ਦਾ ਵਿਗਿਆਨ ਉਸਾਰਨ ਤੋਂ ਵੀ ਅਸਮਰੱਥ ਰਹੀ ਹੈ। TS ਇਲੀਅਟ ਦੀਆਂ ਕਮਜ਼ੋਰੀਆਂ ਦੱਸਦੇ ਹੋਏ ਇਹੀ ਦੱਸਦੇ ਨੇ ਕਿ ਪਹਿਲੀ ਗੱਲ ਤਾਂ ਡਾਕਟਰ ਰਵਿੰਦਰ ਸਿੰਘ ਰਵੀ ਜਦੋਂ ਇਹਦੇ ਬਾਰੇ ਗੱਲ ਕਰਦੇ ਨੇ ਨਵੀਨ ਅਮਰੀਕਨ ਆਲੋਚਨਾ ਦੀਆਂ ਕਮਜ਼ੋਰੀਆਂ ਦੇ ਬਾਰੇ, ਤਾਂ ਉਹਨਾਂ ਨੇ ਪਹਿਲੀ ਗੱਲ ਇਹ ਕੀਤੀ ਹੈ ਕਿ ਕੋਈ ਵੀ ਸਾਹਿਤਕ ਆਲੋਚਨਾ ਪ੍ਰਣਾਲੀ ਨਿਰਪੱਖ ਨਹੀਂ ਹੁੰਦੀ। ਉਹਨਾਂ ਦਾ ਇਹ ਮੰਨਣਾ ਸੀ ਕਿ ਇਹਦੇ ਪਿੱਛੇ ਕੋਈ ਨਾ ਕੋਈ ਜੀਵਨ ਤੇ ਵਿਸ਼ਵ ਦ੍ਰਿਸ਼ਟੀਕੋਣ ਕੰਮ ਕਰ ਰਿਹਾ ਹੁੰਦਾ ਤੇ ਇਹ ਕਿਸੇ ਨਾ ਕਿਸੇ ਜਮਾਤ ਦੇ ਹਿੱਤਾਂ ਦੇ ਵਿੱਚ ਭੁਗਤ ਰਿਹਾ ਹੁੰਦਾ ਤੇ ਉਹਨਾਂ ਨੇ ਇਹਦੇ ਲਈ ਇਹਨੂੰ ਦੋ ਆਧਾਰਾਂ ਦੇ ਵਿੱਚ ਵੰਡਿਆ। ਪਹਿਲਾ ਹੈ ਆਦਰਸ਼ਵਾਦੀ ਜੀਵਨ ਤੇ ਵਿਸ਼ਵ ਦ੍ਰਿਸ਼ਟੀਕੋਣ ਜੋ ਕਿ ਅੱਗੇ ਜਾ ਕੇ ਬੁਰਜੂਆ ਸਥਾਪਤੀ ਤੇ ਬੁਰਜੂਆ ਜਮਾਤ ਦੇ ਹਿੱਤਾਂ ਦੇ ਵਿੱਚ ਭੁਗਤਦਾ ਤੇ ਦੂਸਰਾ ਹੈ ਪਦਾਰਥਵਾਦੀ ਵਿਸ਼ਵ ਦ੍ਰਿਸ਼ਟੀਕੋਣ ਜੋ ਕਿ ਮਨੁੱਖੀ ਉਸਾਰੂ ਜਿਹੜੀਆਂ ਵਿਚਾਰਧਾਰਕ ਕਦਰਾਂ ਕੀਮਤਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਭੁਗਤਦਾ ਤੇ ਅੱਗੇ ਇਹ ਪ੍ਰੋਲੇਤਾਰੇ ਜਮਾਤੀ ਪੈਂਤੜੇ ਦੀ ਉਸਾਰੀ ਦੇ ਵਿੱਚ ਸਹਾਇਕ ਬਣਦਾ। ਤਾਂ ਇਸ ਪੱਖੋਂ ਜਦੋਂ ਨਵੀਨ ਅਮਰੀਕਨ ਆਲੋਚਨਾ ਪ੍ਰਣਾਲੀ ਨੂੰ ਡਾਕਟਰ ਰਵਿੰਦਰ ਸਿੰਘ ਰਵੀ ਦੇਖਦੇ ਨੇ ਤਾਂ ਉਹਨਾਂ ਨੇ ਇਸ ਨੂੰ ਆਦਰਸ਼ਵਾਦੀ ਜੀਵਨ ਕੀਮਤਾਂ ਦੀ ਸਥਾਪਤੀ ਦੇ ਲਈ ਸਹਾਇਕ ਹੋਣ ਵਾਲੀ ਜਿਹੜੀ ਹੈ ਉਹ ਵਿਧੀ ਮੰਨਿਆ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਜਿਹੜੀ ਆਲੋਚਨਾ ਪ੍ਰਣਾਲੀ ਹੈ ਇਹ ਇੱਕ ਤਰੀਕੇ ਦੇ ਨਾਲ ਸਾਹਿਤ ਦੇ ਪ੍ਰਸੰਗ ਨੂੰ ਜਿਹੜਾ ਹੈ ਉਹ ਡਿਨਾਈ ਕਰਕੇ ਉਹਨੂੰ ਸਾਹਿਤ ਦੇ ਵੱਖੋ ਵੱਖਰੇ ਜਿਹੜੇ ਪਸਾਰ ਨੇ ਬਾਹਰੀ ਪਸਾਰ ਨੇ ਉਹਨਾਂ ਨੂੰ ਮਨਫੀ ਕਰਕੇ ਉਹਦੇ ਨਿਰੋਲ ਪਾਠ ਆਧਾਰਿਤ ਆਲੋਚਨਾ ਕਰਕੇ ਜਿਹੜੀ ਸਮੇਂ ਦੀ ਸਥਾਪਤੀ ਹੈ ਉਹਦੇ ਹੱਕ ਦੇ ਵਿੱਚ ਇਹ ਆਲੋਚਨਾ ਪ੍ਰਣਾਲੀ ਭੁਗਤਦੀ ਹੈ। ਇਹਨੂੰ ਆਪਾਂ ਇੱਕ ਛੋਟੀ ਜਿਹੀ ਮਿਸਾਲ ਦੇ ਰਾਹੀਂ ਜੇਕਰ ਸਮਝ ਸਕਦੇ ਹਾਂ, ਜਿਵੇਂ ਕਿ ਇੱਕ ਭਈਆ ਰਾਣੀ ਸ਼ਬਦ ਹੀ ਹੈ। ਜੇਕਰ ਇਸ ਭਈਆ ਰਾਣੀ ਸ਼ਬਦ ਨੂੰ ਅਸੀਂ ਇਹਦੇ ਕਲਚਰਲ ਕੰਟੈਕਸਟ ਦੇ ਵਿੱਚ ਸਮਾਜ ਸੱਭਿਆਚਾਰਕ ਸੰਦਰਭ ਦੇ ਵਿੱਚ ਪੰਜਾਬ ਦੇ ਵਿੱਚ ਰੱਖ ਕੇ ਦੇਖਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਇਹ ਸ਼ਬਦ ਪੰਜਾਬ ਦੇ ਵਿੱਚ ਬਿਹਾਰ ਤੋਂ ਆਏ ਜਿਹੜੇ ਮਜ਼ਦੂਰ ਨੇ ਉਹਨਾਂ ਦੀਆਂ ਪਤਨੀਆਂ ਦੇ ਲਈ ਜਾਂ ਫਿਰ ਗੈਰ ਪੰਜਾਬੀ ਔਰਤਾਂ ਜਿਹੜੀਆਂ ਪੰਜਾਬ ਦੇ ਵਿੱਚ ਵਿਆਹੀਆਂ ਗਈਆਂ ਨੇ ਉਹਨਾਂ ਦੇ ਲਈ ਕਿੰਨੀ ਹਕਾਰਤ ਦੇ ਨਾਲ ਵਰਤਿਆ ਜਾਂਦਾ ਹੈ। ਪਰ ਜਦੋਂ ਅਸੀਂ ਇਸ ਸ਼ਬਦ ਨੂੰ ਹੀ ਇਹਦੇ ਆਲੇ ਦੁਆਲੇ ਦੇ ਜਿਹੜੇ ਕਲਚਰਲ ਸੰਦਰਭ ਨੇ ਉਹਨਾਂ ਦੇ ਨਾਲੋਂ ਜਦੋਂ ਅਸੀਂ ਇਹਨੂੰ ਤੋੜ ਕੇ ਦੇਖਦੇ ਹਾਂ ਤਾਂ ਉੱਥੇ ਇਹਦੇ ਮੀਨਿੰਗ ਬਿਲਕੁਲ ਬਦਲ ਜਾਂਦੇ ਨੇ। ਆਪਾਂ ਉੱਥੇ ਇਹ ਸੋਚਾਂਗੇ ਕਿ ਭਈਆ ਦਾ ਇਸਤਰੀ ਲਿੰਗ ਜਿਹੜਾ ਉਹ ਭਈਆਣੀ ਬਣਦਾ ਤੇ ਭਈਆ ਰਾਣੀ ਨਹੀਂ ਬਣਦਾ। ਇਸ ਕਰਕੇ ਭਈਆ ਰਾਣੀ ਸ਼ਬਦ ਵਰਤਣਾ ਬਹੁਤ ਹੀ ਅਦਬ ਤੇ ਸਤਿਕਾਰ ਦੇਣਾ ਹੈ ਇਹਨਾਂ ਗੈਰ ਪੰਜਾਬੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ। ਤਾਂ ਇੱਥੇ ਜਦੋਂ ਅਸੀਂ ਇਹਨੂੰ ਇਹਦੇ ਪ੍ਰਸੰਗ ਦੇ ਨਾਲੋਂ ਤੋੜ ਕੇ ਇਸ ਸ਼ਬਦ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਵਾਂਗੇ ਤਾਂ ਅਸੀਂ ਇਹਦਾ ਮਤਲਬ ਜਿਹੜੀ ਵਸਤੂਗਤ ਸਥਾਪਤੀ ਹੈ ਇਹਨਾਂ ਔਰਤਾਂ ਦੀ ਪੰਜਾਬ ਦੇ ਵਿੱਚ ਯਥਾ ਸਥਿਤੀ ਹੈ
ਤਾਂ ਉਹਦੇ ਤੋਂ ਅਸੀਂ ਇਨਕਾਰੀ ਹੋ ਜਾਵਾਂਗੇ। ਜਦੋਂ ਸਾਡੇ ਲਈ ਸ਼ਬਦ ਹੀ ਬਹੁਤ ਸਨਮਾਨ ਵਾਲਾ ਹੈ, ਫਿਰ ਅਸੀਂ ਇਸ ਗੱਲ ਨੂੰ ਵੀ ਨਹੀਂ ਮੰਨਾਂਗੇ ਕਿ ਇਹਨਾਂ ਦੇ ਨਾਲ ਪੰਜਾਬ ਦੇ ਵਿੱਚ ਕੋਈ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਅਤੇ ਇਸ ਲਈ ਅਸੀਂ ਇਹਨਾਂ ਦੀ ਹਾਲਤ ਨੂੰ ਸੁਧਾਰਨ ਦੇ ਲਈ ਕੋਈ ਯਤਨ ਨਹੀਂ ਕਰਾਂਗੇ। ਇਸ ਤਰ੍ਹਾਂ ਜਿਹੜਾ ਇਹ ਆਦਰਸ਼ਵਾਦੀ ਜਿਹੜਾ ਦ੍ਰਿਸ਼ਟੀਕੋਣ ਹੈ, ਇਹ ਇੱਕ ਤਰੀਕੇ ਨਾਲ ਜਿਹੜੀ ਸਥਾਪਤੀ ਹੈ ਉਹਦੇ ਹੱਕ ਦੇ ਵਿੱਚ ਭੁਗਤਦਾ ਹੈ। ਤੇ ਡਾਕਟਰ ਰਵੀ ਜਿਹੜਾ ਹੈ ਉਹ ਇਸ ਨੂੰ ਨਵੀਨ ਅਮਰੀਕਨ ਆਲੋਚਨਾ ਪ੍ਰਣਾਲੀ ਦੀ ਜਿਹੜੀ ਹੈ ਉਹ ਪ੍ਰਮੁੱਖ ਕਮਜ਼ੋਰੀ ਜਿਹੜੀ ਹੈ ਉਹ ਮੰਨ ਕੇ ਚੱਲਦੇ ਨੇ। ਇਸ ਤੋਂ ਬਿਨਾਂ ਡਾਕਟਰ ਰਵੀ ਦਾ ਮੰਨਣਾ ਸੀ ਕਿ ਕਿਸੇ ਵੀ ਕਵਿਤਾ ਦਾ ਅਧਿਐਨ ਜਾਂ ਨਜ਼ਮ ਦਾ ਅਧਿਐਨ, ਸਾਹਿਤਕ ਕ੍ਰਿਤ ਦਾ ਅਧਿਐਨ ਕਿ ਉਸ ਕਵੀ ਦੀਆਂ ਦੂਜੀਆਂ ਕਵਿਤਾਵਾਂ ਅਤੇ ਨਜ਼ਮਾਂ ਦੇ ਸੰਦਰਭ ਦੇ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ। ਉਸ ਨੂੰ ਕਵੀ ਦੀਆਂ ਦੂਜੀਆਂ ਕਵਿਤਾਵਾਂ ਦੇ ਨਾਲੋਂ ਤੋੜ ਕੇ ਅਧਿਐਨ ਦਾ ਹਿੱਸਾ ਬਣਾਉਣਾ ਸਹੀ ਨਹੀਂ ਹੈਗਾ। ਉਹਨਾਂ ਨੇ ਇਸੇ ਕਰਕੇ ਨਵੀਨ ਅਮਰੀਕਨ ਆਲੋਚਕਾਂ ਨੇ ਇਹੀ ਕੀਤਾ। ਉਹਨਾਂ ਨੇ ਕਿਸੇ ਨਜ਼ਮ ਨੂੰ ਉਹਦੇ ਇੱਕ ਤਰ੍ਹਾਂ ਨਾਲ ਅੰਗ ਕਰਕੇ ਉਹਦਾ ਅੰਗ ਨਿਖੇੜ ਕੇ ਉਹਦਾ ਅਧਿਐਨ ਕੀਤਾ, ਅਤੇ ਉਹਨਾਂ ਦੀ ਜਿਹੜੀ ਇਹ ਖੰਡਨੀ ਬਿਰਤੀ ਸੀ ਉਹਦੀ ਵਜ੍ਹਾ ਕਰਕੇ ਕੋਈ ਸਾਹਿਤ ਦਾ ਸਮੁੱਚਾ ਵਿਗਿਆਨ ਜਿਹੜਾ ਉਹ ਉਸਰ ਨਹੀਂ ਸਕਿਆ। ਇਸ ਕਰਕੇ ਉਹਨਾਂ ਦੇ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਦਰਖਤਾਂ ਦੀ ਗਿਣਤੀ ਦੇ ਵਿੱਚ ਪੈ ਕੇ ਬਾਗ ਦੀ ਸਮੁੱਚੀ ਹੋਂਦ ਦੇ ਅਨੁਭਵ ਨੂੰ, ਉਹਦੇ ਆਨੰਦ ਨੂੰ ਮਾਣਨ ਤੋਂ ਖੁੰਝ ਜਾਂਦੇ ਨੇ। ਡਾਕਟਰ ਰਵੀ ਦਾ ਇਹ ਮੰਨਣਾ ਸੀ ਕਿ ਕਿਸੇ ਵੀ ਕਵਿਤਾ ਅਤੇ ਕਿਸੇ ਨਜ਼ਮ ਦਾ ਜੇਕਰ ਅਧਿਐਨ ਕਰਨਾ ਹੈ ਤਾਂ ਉਹ ਸਿੰਟੈਗਮੈਟਿਕ ਦੇ ਨਾਲ ਪੈਰਾਡਿਗਮੈਟਿਕ ਵੀ ਹੋਣਾ ਚਾਹੀਦਾ। ਇੱਥੇ ਪੈਰਾਡਿਗਮੈਟਿਕ ਅਧਿਐਨ ਦਾ ਮਤਲਬ ਹੈ ਕਿ ਕਿਸੇ ਕਵਿਤਾ ਨੂੰ ਉਸ ਕਵੀ ਦੀਆਂ ਬਾਕੀ ਕਵਿਤਾਵਾਂ ਦੇ ਨਾਲ ਅੰਤਰ ਸੰਬੰਧਾਂ ਦੇ ਵਿੱਚ ਰੱਖ ਕੇ ਉਹਦੀ ਪੜ੍ਹਤ ਕਰਨੀ ਚਾਹੀਦੀ ਹੈ, ਅਤੇ ਇਸ ਦੇ ਨਾਲ ਹੀ ਉਸ ਨੂੰ ਜਿਹੜੇ ਇਹਦੇ ਸਮਾਜ ਸੱਭਿਆਚਾਰਕ ਦੂਸਰਾ ਇਹਦੇ ਸੰਦਰਭ ਨੇ ਜਿਸ ਪਸਾਰ ਦੇ ਵਿੱਚੋਂ ਇਹ ਉਗਮੀ ਹੈ ਉਹਦੇ ਵਿੱਚ ਰੱਖ ਕੇ ਵੀ ਇਹਦਾ ਅਧਿਐਨ ਜਿਹੜਾ ਉਹ ਹੋਣਾ ਚਾਹੀਦਾ ਹੈ। ਪਰ ਨਵੀਨ ਅਮਰੀਕਨ ਆਲੋਚਨਾ ਪ੍ਰਣਾਲੀ ਜਿਹੜੀ ਹੈ ਉਹਨੇ ਨਿਰੋਲ ਇਹਦੇ ਪਾਠ ਨੂੰ ਅਧਿਐਨ ਬਣਾਇਆ, ਜੋ ਕਿ ਸਿਰਫ ਇੱਕ ਸੁਹਜਾਤਮਕ ਅਧਿਐਨ ਬਣ ਕੇ ਰਹਿ ਜਾਂਦਾ ਹੈ, ਅਤੇ ਸਾਹਿਤ ਦੀ ਜਿਹੜੀ ਨੈਤਿਕ ਇਤਿਹਾਸਕ ਜ਼ਿੰਮੇਵਾਰੀ ਅਤੇ ਭੂਮਿਕਾ ਹੈ ਉਹਦੇ ਤੋਂ ਇਹ ਆਲੋਚਨਾ ਪ੍ਰਣਾਲੀ ਜਿਹੜੀ ਹੈ ਉਹ ਮੁਨਕਰ ਹੈ। ਇਸ ਤੋਂ ਬਿਨਾਂ ਡਾਕਟਰ ਰਵਿੰਦਰ ਸਿੰਘ ਰਵੀ ਇਹ ਮੰਨਦੇ ਨੇ ਕਿ ਜਿਹੜੀ ਨਵੀਨ ਅਮਰੀਕਨ ਆਲੋਚਨਾ ਪ੍ਰਣਾਲੀ ਹੈ ਇਹ ਕਵਿਤਾ ਦੇ ਸਰਲ ਅਰਥ ਅਤੇ ਅਸਲ ਅਰਥ ਦਾ ਨਿਖੇੜਾ ਕਰਦਿਆਂ ਸਰਲ ਅਰਥ ਦੇ ਸੰਪੂਰਨ ਤਿਆਗ ਦੀ ਗੱਲ ਕਰਦੀ ਹੈ। ਅਤੇ ਨਵੀਨ ਅਮਰੀਕਨ ਆਲੋਚਨਾ ਪ੍ਰਣਾਲੀ ਤੋਂ ਜਿਹੜੀਆਂ ਪਹਿਲਾਂ ਦੀਆਂ ਆਲੋਚਨਾ ਵਿਧੀਆਂ ਨੇ ਉਹਨਾਂ ਨੇ ਸਰਲ ਅਰਥ ਨੂੰ ਹੀ ਸਭ ਕੁਝ ਮੰਨ ਕੇ ਜਿੱਡੀ ਵੱਡੀ ਗਲਤੀ ਕੀਤੀ ਸੀ। ਨਵੀਨ ਅਮਰੀਕਨ ਸਿਧਾਂਤਕਾਰ ਜਿਹੜੇ ਨੇ ਉਹ ਸਰਲ ਅਰਥ ਦੇ ਸੰਪੂਰਨ ਤਿਆਗ ਨੂੰ ਤਰਜੀਹ ਦੇ ਕੇ ਉਨੀ ਹੀ ਭਿਆਨਕ ਗਲਤੀ ਕਰਦੇ ਨੇ। ਡਾਕਟਰ ਰਵੀ ਦੇ ਅਨੁਸਾਰ ਉਹਨਾਂ ਦਾ ਇਹ ਮੰਨਣਾ ਸੀ ਕਿ ਕਵਿਤਾ ਦਾ ਜਿਹੜਾ ਸਰਲ ਅਰਥ ਹੈ ਅਤੇ ਅਸਲ ਅਰਥ ਹੈ ਉਹ ਇੱਕ ਦੂਜੇ ਤੋਂ ਟੁੱਟੇ ਹੋਏ ਨਹੀਂ ਹੁੰਦੇ। ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਦਵੰਦਾਤਮਕ ਹੁੰਦਾ ਹੈ, ਉਹ ਰੂਪ ਅਤੇ ਵਸਤੂ ਦੇ ਰਿਸ਼ਤੇ ਦੇ ਵਾਂਗ ਹੀ ਇੱਕ ਦੂਜੇ ਨੂੰ ਘੜ ਰਹੇ ਹੁੰਦੇ ਨੇ। ਅਤੇ ਸਰਲ ਅਰਥ ਜਿਹੜਾ ਹੈ ਉਹ ਅਸਲ ਦੇ ਵਿੱਚ ਕਵਿਤਾ ਦੀ ਕਾਵਿਕਤਾ ਨੂੰ ਸਿਰਜਣ ਵਾਲੀ ਜਿਹੜੀ ਹੈ ਉਹ ਅਕਾਵਿਕ ਮਾਧਿਅਮ ਹੈ ਅਤੇ ਮਾਧਿਅਮ ਅਤੇ ਵਿਧੀ ਹੈ। ਹੁਣ ਪਰ ਨਵੀਨ ਅਮਰੀਕਨ ਆਲੋਚਕਾਂ ਨੇ ਕੀ ਕੀਤਾ, ਉਹਨਾਂ ਨੇ ਅਸਲ ਅਰਥ ਨੂੰ ਹੀ ਕਵਿਤਾ ਦਾ ਜਿਹੜਾ ਆਧਾਰ ਮੰਨਿਆ, ਅਤੇ ਜਿਹੜਾ ਇਹਦੇ ਸਰਲ ਅਰਥ ਨੇ ਉਹਨਾਂ ਦੇ ਸੰਪੂਰਨ ਤਿਆਗ 'ਤੇ ਜ਼ੋਰ ਦਿੱਤਾ, ਜੋ ਕਿ ਡਾਕਟਰ ਰਵੀ ਨੂੰ ਮਨਜ਼ੂਰ ਨਹੀਂ। ਇਸ ਤੋਂ ਅਗਲੀ ਜਿਹੜੀ ਡਾਕਟਰ ਰਵੀ ਗੱਲ ਕਰਦੇ ਨੇ ਉਹ ਹੈ ਕਿ ਉਹ ਜਿਹੜੀ ਨਵੀਨ ਅਮਰੀਕਨ ਆਲੋਚਨਾ ਹੈ ਉਹਨੇ ਕਲਾਤਮਕ ਗਿਆਨ ਅਤੇ ਵਿਗਿਆਨਕ ਗਿਆਨ ਦੇ ਵਿੱਚ ਨਿਖੇੜਾ ਕੀਤਾ। ਡਾਕਟਰ ਰਵੀ ਦੇ ਅਨੁਸਾਰ ਕਿਸੇ ਵੀ ਕ੍ਰਿਤ ਦਾ ਆਪਾਂ ਕਹੀਏ ਕਿ ਜਿਹੜਾ ਉਹਦੇ ਪਿੱਛੇ ਦਰਸ਼ਨ ਵਿਧੀ ਜਿਹੜੀ ਹੈ ਉਹ ਕੰਮ ਕਰ ਰਹੀ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਠੀਕ ਹੈ, ਜਿਹੜਾ ਕਲਾਤਮਕ ਗਿਆਨ ਹੈ ਜਾਂ ਕਲਾਤਮਕ ਗਿਆਨ ਹੈ ਉਹ ਯਥਾਰਥ ਦਾ ਅਨੁਭਵੀ ਜਿਹੜਾ ਗਿਆਨ ਹੈ, ਪਰ ਜਿਹੜਾ ਵਿਗਿਆਨਕ ਗਿਆਨ ਹੈ ਉਹ ਯਥਾਰਥ ਦਾ ਬਾਹਰਮੁਖੀ ਤਰਕ ਆਧਾਰਿਤ ਗਿਆਨ ਹੈ। ਇਹਨਾਂ ਦੋਨਾਂ ਦੇ ਵਿੱਚ ਗੁਣਾਤਮਕ ਵੱਖਰਤਾ ਹੈਗੀ ਹੈ, ਪਰ ਇਹਨਾਂ ਦੇ ਵਿੱਚੋਂ ਕਿਸੇ ਇੱਕ ਗਿਆਨ ਨੂੰ ਉੱਤਮ ਦਰਜਾ ਦੇਣਾ ਅਤੇ ਦੂਜੇ ਨੂੰ ਗੌਣ ਦੱਸਣਾ ਅਸਲ ਦੇ ਵਿੱਚ ਉਲਾਰੂ ਪਹੁੰਚ ਦਾ ਸ਼ਿਕਾਰ ਹੋਣਾ ਹੈ। ਅਤੇ ਨਵੀਨ ਅਮਰੀਕਨ ਜਿਹੜੇ ਆਲੋਚਨਾ ਪ੍ਰਣਾਲੀ ਹੈ ਇਹਦੇ ਜਿਹੜੇ ਸਿਧਾਂਤਕਾਰ ਨੇ ਉਹ ਕਲਾਤਮਕ ਗਿਆਨ ਨੂੰ ਵਿਗਿਆਨਕ ਗਿਆਨ ਦੇ ਨਾਲੋਂ ਉੱਤਮ ਮੰਨ ਕੇ ਚੱਲਦੇ ਸੀ।
ਡਾਕਟਰ ਰਵੀ ਨੂੰ ਉਹਨਾਂ ਦੀ ਇਹ ਪਹੁੰਚ ਸਹੀ ਨਹੀਂ ਲੱਗਦੀ। ਡਾਕਟਰ ਰਵੀ ਦਾ ਇਹ ਮੰਨਣਾ ਸੀ ਕਿ ਇਹ ਦੋਨੇ ਕਲਾਤਮਕ ਗਿਆਨ ਤੇ ਵਿਗਿਆਨਕ ਗਿਆਨ ਦੀ ਜਿਹੜੀ ਹੈ ਉਹ ਇੱਕ ਦੂਜੇ ਦੀ ਪੂਰਕ ਹੋਂਦ ਦੇ ਵਿੱਚ ਇਹ ਸਹਿਹੋਂਦ ਰੱਖਦੇ ਨੇ। ਇਸ ਲਈ ਇਹਨਾਂ ਦੇ ਵਿੱਚੋਂ ਆਪਾਂ ਇਹਨਾਂ ਨੂੰ ਇੱਕ ਦੂਜੇ ਨਾਲੋਂ ਵਧੀਆ ਅਤੇ ਘਟੀਆ ਜਿਹੜਾ ਉਹ ਨਹੀਂ ਕਹਿ ਸਕਦੇ। ਇਸ ਤੋਂ ਬਿਨਾਂ ਡਾਕਟਰ ਰਵੀ ਕਹਿੰਦੇ ਨੇ ਕਿ ਜੇਕਰ ਅਸੀਂ ਇਸ ਗੱਲ ਨੂੰ ਮੰਨ ਵੀ ਲਈਏ, ਨਵੀਨ ਆਲੋਚਨਾ ਦੀ ਇਸ ਗੱਲ ਦੇ ਨਾਲ ਅਸੀਂ ਸਹਿਮਤੀ ਵੀ ਪ੍ਰਗਟਾ ਦਈਏ ਕਿ ਕਲਾਤਮਕ ਗਿਆਨ ਵਿਗਿਆਨਕ ਗਿਆਨ ਦੇ ਨਾਲੋਂ ਉੱਤਮ ਹੈ, ਤਾਂ ਵੀ ਨਵੀਨ ਅਮਰੀਕਨ ਆਲੋਚਕਾਂ ਨੇ ਕਲਾਤਮਕ ਗਿਆਨ ਨੂੰ ਆਪਣੇ ਅਧਿਐਨ ਦਾ ਕੇਂਦਰ ਨਹੀਂ ਬਣਾਇਆ। ਉਹਨਾਂ ਨੇ ਨਿਰੋਲ ਪਾਠ ਆਧਾਰਿਤ ਆਲੋਚਨਾ ਕੀਤੀ ਤੇ ਇਹਦੇ ਵਿੱਚ ਜਿਹੜਾ ਗਿਆਨ ਹੈ ਤੇ ਜਿਹੜੇ ਇਹਦੇ ਸਮਾਜ ਸੱਭਿਆਚਾਰਕ ਬਾਹਰਲੇ ਸੰਦਰਭ ਨੇ ਉਹਨਾਂ ਨੂੰ ਮਨਫੀ ਕੀਤਾ। ਇਸ ਕਰਕੇ ਵੀ ਉਹਨਾਂ ਦੀ ਇਹ ਧਾਰਨਾ ਜਿਹੜੀ ਹੈ ਉਹ ਸਹੀ ਨਹੀਂ ਲੱਗਦੀ ਡਾਕਟਰ ਰਵੀ ਨੂੰ। ਇਸ ਤੋਂ ਬਿਨਾਂ ਡਾਕਟਰ ਰਵੀ ਦਾ ਮੰਨਣਾ ਸੀ ਕਿ ਕਿਸੇ ਵੀ ਸਾਹਿਤਕ ਕ੍ਰਿਤ ਦੇ 3 ਬੁਨਿਆਦੀ ਥੰਮ ਹੁੰਦੇ ਨੇ। ਇੱਕ ਹੈ ਕਲਾਕਾਰ, ਫਿਰ ਕਲਾਕ੍ਰਿਤ ਤੇ ਪਾਠਕ। ਪਰ ਇਹਨਾਂ ਦੇ ਵਿੱਚੋਂ ਸਾਹਿਤ ਆਲੋਚਨਾ ਜੇਕਰ ਕਿਸੇ ਇੱਕ ਹੀ ਪੱਖ ਨੂੰ ਆਧਾਰ ਬਣਾ ਕੇ ਕੀਤੀ ਜਾਵੇ ਉਹ ਸਾਹਿਤਕ ਆਲੋਚਨਾ ਨੂੰ ਅਵਿਗਿਆਨਕ ਜਿਹੜਾ ਤੇ ਅਧੂਰੀ ਬਣਾ ਦੇਊਗਾ। ਨਵੀਨ ਅਮਰੀਕਨ ਆਲੋਚਕਾਂ ਨੇ ਜਿਹੜੀ ਹੈ ਉਹ ਇਹੀ ਗਲਤੀ ਕੀਤੀ। ਅੱਗੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਨਵੀਨ ਅਮਰੀਕਨ ਆਲੋਚਨਾ ਦੇ ਦਾਰਸ਼ਨਿਕ ਆਧਾਰ ਦੀ ਸ਼ਨਾਖਤ ਕਰਦੇ ਹਨ। ਡਾਕਟਰ ਰਵੀ ਨੂੰ ਆਦਰਸ਼ਵਾਦੀ ਵਿਸ਼ਵ ਦ੍ਰਿਸ਼ਟੀਕੋਣ ਦੇ ਨਾਲ ਜੋੜਦੇ ਨੇ, ਜੋ ਕਿ ਅੱਗੇ ਬੁਰਜੂਆ ਸਥਾਪਤੀ ਦੇ ਸਾਮਰਾਜੀ ਹਿੱਤਾਂ ਦੇ ਹੱਕ ਦੇ ਵਿੱਚ ਭੁਗਤਦੀ ਹੈ। ਇਸ ਤੋਂ ਬਾਅਦ ਉਹਨਾਂ ਦੀ ਵਿਰਸਾ ਤੇ ਵਰਤਮਾਨ 1986 ਦੇ ਵਿੱਚ ਕਿਤਾਬ ਆਉਂਦੀ ਹੈ। ਇਹਦੇ ਵਿੱਚ ਪੰਜਾਬੀ ਸਾਹਿਤ, ਸੱਭਿਆਚਾਰ ਤੇ ਭਾਸ਼ਾ, ਕਵਿਤਾ ਦੇ ਅਧਿਐਨ ਨਾਲ ਸੰਬੰਧਿਤ 10 ਲੇਖ ਜਿਹੜੇ ਨੇ ਉਹ ਸ਼ਾਮਲ ਨੇ। ਇਹਦੇ ਵਿੱਚ ਡਾਕਟਰ ਰਵੀ ਜਦੋਂ ਚਰਚਾ ਕਰਦੇ ਨੇ ਮੱਧਕਾਲੀ ਸਾਹਿਤ ਦੇ ਬਾਰੇ, ਤਾਂ ਡਾਕਟਰ ਰਵੀ ਦਾ ਮੰਨਣਾ ਹੈ ਕਿ ਮੱਧਕਾਲੀ ਸਾਹਿਤ ਦੇ ਬਾਰੇ ਜਿਹੜੀ ਪੂਰਵ ਆਲੋਚਨਾ ਹੋਈ ਹੈ ਉਹ ਮਹਿਜ ਦੇ ਬਾਹਰੀ ਮੁਹਾਵਰੇ ਤੱਕ ਸੀਮਿਤ ਰਹੀ ਹੈ। ਜਿਹੜੇ ਪੂਰਵ ਆਲੋਚਕ ਨੇ ਉਹਨਾਂ ਨੇ ਮੱਧਕਾਲੀਨ ਸਾਹਿਤ ਦੀ ਵਿਕਾਸ ਪ੍ਰਕਿਰਿਆ ਦੀ ਮੌਲਿਕਤਾ ਦਾ ਅਧਿਐਨ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਇਹਦੇ ਧਾਰਮਿਕ ਮੁਹਾਵਰੇ ਨੂੰ ਹੀ ਸਭ ਕੁਝ ਮੰਨ ਲਿਆ। ਮੱਧਕਾਲੀਨ ਸਾਹਿਤ ਦੇ ਵਿੱਚੋਂ ਗੁਰਬਾਣੀ, ਸੂਫੀ ਸਾਹਿਤ, ਕਿੱਸਾ ਕਾਵ ਦੇ ਬਾਰੇ ਜਦੋਂ ਡਾਕਟਰ ਰਵੀ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਇਹਨਾਂ ਦਾ ਮਹਿਜ ਮੁਹਾਵਰਾ ਹੀ ਧਾਰਮਿਕ ਹੈ, ਪਰ ਇਹਨਾਂ ਦੀ ਜਿਹੜੀ ਵਸਤੂ ਹੈ ਉਹ ਅਸਲ ਦੇ ਵਿੱਚ ਲੋਕ ਹਿੱਤੂ ਪੈਂਤੜੇ ਦੇ ਵਾਲੀ ਹੈ। ਉਹਨਾਂ ਦਾ ਇਹ ਮੰਨਣਾ ਸੀ ਕਿ ਇਹਦਾ ਮੁਹਾਵਰਾ ਧਾਰਮਿਕ ਹੈ, ਵਸਤੂ ਰੱਬ ਹੈ, ਪਰ ਇਹ ਰੱਬ ਕੋਈ ਹਿੰਦੂ, ਸਿੱਖ, ਮੁਸਲਮਾਨ, ਫਿਊਡਲ ਦਾ ਰੱਬ ਨਹੀਂ ਹੈ। ਇਹ ਲੋਕਾਂ ਦਾ ਤੇ ਲੋਕ ਪੱਖੀ ਜਿਹੜਾ ਉਹ ਰੱਬ ਹੈ। ਇਸ ਕਰਕੇ ਉਹ ਮੱਧਕਾਲੀਨ ਸਾਹਿਤ ਦੇ ਵਿੱਚੋਂ ਚਾਹੇ ਉਹ ਵੀਰ ਕਾਵ ਹੈ, ਚਾਹੇ ਉਹ ਕਿੱਸਾ ਕਾਵ ਹੈ, ਸੂਫੀ ਕਾਵ ਹੈ ਜਾਂ ਫਿਰ ਗੁਰਬਾਣੀ ਹੈ, ਉਹਦੇ ਵਿੱਚੋਂ ਲੋਕ ਹਿੱਤੂ ਪੈਂਤੜੇ ਦੀ ਸ਼ਨਾਖਤ ਕਰਦੇ ਨੇ। ਇਹਦੇ ਬਾਰੇ ਡਾਕਟਰ ਹਰਭਜਨ ਸਿੰਘ ਭਾਟੀਆ ਤੇ ਬਾਕੀ ਕੁਝ ਕੁ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਮੱਧਕਾਲੀਨ ਸਾਹਿਤ ਦੇ ਬਾਰੇ ਡਾਕਟਰ ਰਵੀ ਵੱਲੋਂ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਉਸ ਤੋਂ ਪਹਿਲਾਂ ਪ੍ਰੋਫੈਸਰ ਕਿਸ਼ਨ ਸਿੰਘ ਦੁਆਰਾ ਸਿੱਖ ਇਨਕਲਾਬ ਦਾ ਮੋਢੀ, ਗੁਰੂ ਨਾਨਕ ਸਾਹਿਬ ਦੀ ਸਮਝ, ਗੁਰਬਾਣੀ ਦਾ ਸੱਚ ਵਰਗੀਆਂ ਕਿਤਾਬਾਂ ਦੇ ਵਿੱਚ ਪੇਸ਼ ਧਾਰਨਾਵਾਂ ਦਾ ਹੀ ਸੰਗੋੜ ਹੈ। ਉਹ ਕਹਿੰਦੇ ਨੇ ਕਿ ਮੱਧਕਾਲੀਨ ਸਾਹਿਤ ਦੇ ਪ੍ਰਤੀ ਪ੍ਰੋਫੈਸਰ ਕਿਸ਼ਨ ਸਿੰਘ ਦੇ ਵਾਂਗ ਡਾਕਟਰ ਰਵਿੰਦਰ ਸਿੰਘ ਰਵੀ ਦਾ ਜਿਹੜਾ ਨਜ਼ਰੀਆ ਉਹ ਵੀ ਪ੍ਰਸ਼ੰਸਾਤਮਕ ਹੈ ਤੇ ਨਿਰੋਲ ਨਮਸਕਾਰ ਭਾਵੀ ਹੈ। ਉਹ ਡਾਕਟਰ ਭਾਟੀਆ ਜਿਹੜੇ ਨੇ ਉਹ ਮੱਧਕਾਲੀਨ ਸਾਹਿਤ ਦੇ ਧਾਰਮਿਕ ਮੁਹਾਵਰੇ ਨੂੰ ਲਾਂਭੇ ਕਰਕੇ ਇਹਦੇ ਵਿੱਚ ਕੁਝ ਤੱਤਾਂ ਨੂੰ ਚੁਣ ਕੇ ਲੋਕ ਹਿੱਤੂ ਪੈਂਤੜੇ ਨਾਲ ਜੋੜ ਦੇਣਾ ਡਾਕਟਰ ਰਵੀ ਦੀ ਵੱਡੀ ਗਲਤੀ ਮੰਨਦੇ ਨੇ, ਕਿਉਂਕਿ ਡਾਕਟਰ ਹਰਭਜਨ ਭਾਟੀਆ ਦਾ ਇਹ ਮੰਨਣਾ ਹੈ ਕਿ ਮਾਰਕਸਵਾਦ ਤੋਂ ਪਹਿਲਾਂ ਦੀਆਂ ਰਚਨਾਵਾਂ ਦੇ ਵਿੱਚੋਂ ਮਾਰਕਸਵਾਦੀ ਨਜ਼ਰੀਏ ਵਾਲੀ ਜਿਹੜੀ ਲੋਕ ਹਿੱਤੂ ਪੈਂਤੜਾ ਨਜ਼ਰੀਏ ਵਾਲਾ ਉਸ ਦੀ ਸ਼ਨਾਖਤ ਕਰਨੀ ਅਸਲ ਦੇ ਵਿੱਚ ਮਾਰਕਸਵਾਦ ਦੇ ਵਿਰੋਧੀ ਗੱਲ ਹੈ। ਡਾਕਟਰ ਗੁਰਬਖਸ਼ ਸਿੰਘ ਫਰੈਂਕ ਨੇ ਡਾਕਟਰ ਰਵੀ ਦੇ ਨਾਲੋਂ ਮੱਧਕਾਲੀਨ ਸਾਹਿਤ ਦੇ ਬਾਰੇ ਜਦੋਂ ਅਧਿਐਨ ਕਰਦੇ ਨੇ ਵੱਖਰੇ ਨਤੀਜੇ ਦਿੱਤੇ ਨੇ। ਉਹ ਪ੍ਰੋਫੈਸਰ ਕਿਸ਼ਨ ਸਿੰਘ ਤੇ ਡਾਕਟਰ ਰਵਿੰਦਰ ਰਵੀ ਦੇ ਵਾਂਗ ਮੱਧਕਾਲੀਨ ਸਾਹਿਤ ਦੇ ਬਾਰੇ ਜਦੋਂ ਚਰਚਾ ਕਰਦੇ ਨੇ ਤਾਂ ਉਹਦੇ ਪ੍ਰਤੀ ਕੋਈ ਪ੍ਰਸ਼ੰਸਾਤਮਕ ਜਿਹੜਾ ਰਵੱਈਆ ਉਹ ਧਾਰਨ ਨਹੀਂ ਕਰਦੇ। ਉਹਨਾਂ ਦਾ ਇਹ ਮੰਨਣਾ ਹੈ ਕਿ ਮੱਧਕਾਲੀਨ ਸਾਹਿਤ ਦੇ ਰਹੱਸਵਾਦੀ ਪੱਖਾਂ ਦੇ ਓਲੇ ਜੇਕਰ ਅਸੀਂ ਆਰਥਿਕਤਾ ਦੀਆਂ ਗੁੰਝਲਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਕਰਨ ਲੱਗ ਜਾਵਾਂਗੇ ਤਾਂ ਇਹ ਮਾਰਕਸਵਾਦ ਵਿਰੋਧੀ ਗੱਲ ਹੋਊਗੀ।
ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਆਪਣੇ ਵਿਰਸੇ ਦੇ ਪ੍ਰਤੀ ਉਪਭਾਵਕ ਹੋ ਕੇ ਦਿੱਤਾ ਗਿਆ ਕੋਈ ਵੀ ਹੁੰਗਾਰਾ ਜਾਂ ਪ੍ਰਤੀਕਰਮ ਸਾਡੇ ਸਮੁੱਚੇ ਸੱਭਿਆਚਾਰਕ ਵਿਹਾਰ ਦੇ ਨਾਲ, ਵਿਰਸੇ ਦੇ ਨਾਲ ਨਿਆਂ ਕਰਨ ਦੇ ਸਮਰੱਥ ਨਹੀਂ ਹੁੰਦਾ, ਉੱਥੇ ਇਹਦੇ ਪ੍ਰਤੀ, ਵਿਰਸੇ ਦੇ ਪ੍ਰਤੀ ਸੰਪੂਰਨ ਜਿਹੜਾ ਨਕਾਰ ਹੈ ਉਹਦੀ ਬਿਰਤੀ ਵੀ ਸਹੀ ਨਹੀਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਉਪਭਾਵਕਤਾ ਤੋਂ, ਇਸ ਨਕਾਰ ਦੀ ਜਿਹੜੀ ਬਿਰਤੀ ਹੈ ਉਹਦੇ ਤੋਂ ਮੁਕਤ ਹੋ ਕੇ ਤੇ ਅਤ ਘਟਾਓਵਾਦੀ ਤੇ ਅਤ ਉਲਾਰਵਾਦੀ ਪਹੁੰਚ ਤੋਂ ਮੁਕਤ ਹੋ ਕੇ ਆਪਣੇ ਵਿਰਸੇ ਨੂੰ ਆਪਣੇ ਅਧਿਐਨ ਦਾ ਕੇਂਦਰ ਜਿਹੜਾ ਉਹ ਬਣਾਈਏ। ਡਾਕਟਰ ਰਵੀ ਜਦੋਂ ਕਿ ਰਣਜੀਤ ਸਿੰਘ ਕਾਲ ਦੇ ਬਾਰੇ ਚਰਚਾ ਕਰਦੇ ਨੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਨੇ ਸਮੰਤਕ ਰਾਜ ਦੀ ਸਥਾਪਨਾ ਕੀਤੀ ਤੇ ਸਿੱਖ ਲਹਿਰ ਦਾ ਮੱਧਕਾਲ ਦੇ ਵਿੱਚ ਜਿਹੜਾ ਚੱਲਿਆ ਆ ਰਿਹਾ ਲੋਕ ਹਿੱਤੂ ਪੈਂਤੜ ਹੈ ਉਹ ਇਸ ਕਾਲ ਦੇ ਵਿੱਚ ਆ ਕੇ ਮੁੱਦੇ ਮੂੰਹ ਡਿੱਗ ਜਾਂਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਇਸ ਦੌਰ ਦੇ ਵਿੱਚ ਆ ਕੇ ਸਿੱਖ ਲਹਿਰ ਦੇ ਵਿੱਚ ਜਾਤ ਪਾਤ ਜਿਹੜਾ ਹੈ, ਆਰਥਿਕ ਨਾ ਬਰਾਬਰੀ ਜਿਹੜੀ ਹੈ ਉਹਦੀ ਘੁਸਪੈਠ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਜਿਹੜਾ ਪਿਛਲਾ ਅਮਲ ਚੱਲਿਆ ਆ ਰਿਹਾ ਸੀ ਉਹ ਇੱਕ ਤਰੀਕੇ ਨਾਲ ਆਪਣੇ ਸਿਖਰ ਦੇ ਵੱਲ ਜਾਣ ਦੀ ਥਾਂ 'ਤੇ ਅੱਧ ਵਿਚਾਲੇ ਹੀ ਟੁੱਟ ਜਾਂਦਾ ਹੈ। ਪਰ ਦੂਜੇ ਪਾਸੇ ਡਾਕਟਰ ਰਵੀ ਜਦੋਂ ਸ਼ਾਹ ਮੁਹੰਮਦ ਦੀ ਜੰਗਨਾਮੇ ਦੇ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਦਾ ਇਹ ਮੰਨਣਾ ਹੈ ਕਿ ਸ਼ਾਹ ਮੁਹੰਮਦ ਇਸ ਦੌਰ ਦਾ ਇੱਕੋ ਇੱਕ ਇਹੋ ਜਿਹਾ ਸਾਹਿਤਕਾਰ ਹੋਇਆ ਜਿਨ੍ਹੇ ਕਿ ਇਸ ਦੌਰ ਦੇ ਦੁਖਾਂਤ ਨੂੰ, ਖਾਸ ਕਰ ਸਿੱਖ ਰਾਜ ਦੇ ਦੁਖਾਂਤ ਨੂੰ ਜਿਹੜਾ ਹੈ ਉਹ ਬਾਖੂਬੀ ਤਰੀਕੇ ਨਾਲ ਉਹ ਲੋਕ ਹਿੱਤੂ ਪੈਂਤੜੇ ਤੋਂ ਦਰਸਾਇਆ। ਹੁਣ ਜੇਕਰ ਆਪਾਂ ਦੇਖੀਏ ਇਹ ਵੀ ਗੱਲ ਉਹਨਾਂ ਦੀ ਅੰਤਰ ਵਿਰੋਧੀ ਲੱਗਦੀ ਹੈ ਕਿਉਂਕਿ ਸ਼ਾਹ ਮੁਹੰਮਦ ਆਪਣੇ ਜੰਗਨਾਮੇ ਦੇ ਵਿੱਚ ਸਿੱਖ ਫੌਜਾਂ ਦੀ ਹਾਰ ਨੂੰ ਇੱਕ ਤਰ੍ਹਾਂ ਨਾਲ ਉਹਦੇ 'ਤੇ ਕੀਰਨੇ ਪਾਉਂਦੇ ਨੇ ਤੇ ਸ਼ਾਹ ਮੁਹੰਮਦ ਨੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਤੀ ਜਿਹੜਾ ਸ਼ਰਧਾ ਦਾ ਪ੍ਰਗਟਾਵਾ ਕੀਤਾ। ਤਾਂ ਇੱਕ ਪਾਸੇ ਡਾਕਟਰ ਰਵੀ ਦਾ ਇਹ ਮੰਨਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮੰਤਕ ਰਾਜ ਹੈ ਤੇ ਜੋ ਕਿ ਲੋਕ ਹਿੱਤੂ ਪੈਂਤੜੇ ਦੇ ਅਨੁਸਾਰੀ ਨਹੀਂ ਸੀ, ਤੇ ਦੂਜੇ ਪਾਸੇ ਉਹਨਾਂ ਦਾ ਮੰਨਣਾ ਹੈ ਕਿ ਇਸੇ ਸਮੰਤਕ ਰਾਜ ਦੀ ਟੈਟੇਰੀ ਹੋਣ ਤੇ ਝੂਰਨ ਵਾਲਾ ਜਿਹੜਾ ਕਵੀ ਹੋਇਆ ਸ਼ਾਹ ਮੁਹੰਮਦ, ਉਹ ਇੱਕ ਤਰੀਕੇ ਦੇ ਨਾਲ ਆਪਾਂ ਕਹੀਏ ਕਿ ਉਹ ਇਤਿਹਾਸ ਨੂੰ ਲੋਕ ਹਿੱਤੂ ਪੈਂਤੜੇ ਤੋਂ ਪੇਸ਼ ਕਰਦਾ ਹੈ ਤੇ ਇੱਕ ਵਧੀਆ ਉਹਨੇ ਜਿਹੜੀ ਹੈ ਕ੍ਰਿਤ ਦੇ ਵਿੱਚ ਇਸ ਲੋਕ ਦੁਖਾਂਤ ਦੀ ਤੇ ਇਸ ਰਾਜ ਦੇ ਟੈਟੇਰੀ ਹੋਣ ਦੀ ਗੱਲ ਕੀਤੀ ਹੈ। ਅੱਗੇ ਆਧੁਨਿਕ ਕਵਿਤਾ ਦੇ ਬਾਰੇ ਜਦੋਂ ਡਾਕਟਰ ਰਵਿੰਦਰ ਸਿੰਘ ਰਵੀ ਗੱਲ ਕਰਦੇ ਨੇ, ਪਹਿਲਾਂ ਉਹਨਾਂ ਨੇ ਪ੍ਰਗਤੀਵਾਦੀ ਕਵਿਤਾ ਦੇ ਬਾਰੇ ਚਰਚਾ ਕੀਤੀ। ਉਹਨਾਂ ਦਾ ਇਹ ਮੰਨਣਾ ਸੀ ਕਿ ਜਿਹੜਾ ਆਧੁਨਿਕ ਦੌਰ ਦੇ ਵਿੱਚ ਰਚਿਆ ਜਾ ਰਿਹਾ ਪ੍ਰਗਤੀਵਾਦੀ ਲਹਿਰ ਜਿਹੜੀ ਹੈ ਉਹਦੇ ਅਧੀਨ ਸਾਹਿਤ ਹੈ, ਉਹ ਸਾਹਿਤ ਇੱਕ ਤਰੀਕੇ ਨਾਲ ਆਪਣੇ ਸਮੇਂ ਦੇ ਸਮਕਾਲੀ ਯਥਾਰਥ ਦੇ ਨਾਲੋਂ ਤੇ ਉਹਦੀਆਂ ਜਿਹੜੀਆਂ ਆਰਥਿਕ ਤੇ ਸਮਾਜਿਕ ਸੱਭਿਆਚਾਰਕ ਗੁੰਝਲਾਂ ਨੇ ਉਹਦੇ ਨਾਲੋਂ ਟੁੱਟਿਆ ਹੋਇਆ। ਇਹਦਾ ਸਿਰਫ ਮੁਹਾਵਰਾ ਹੀ ਲੋਕ ਹਿੱਤੂ, ਮਨੁੱਖਵਾਦੀ ਤੇ ਉਸਾਰੂ ਹੈ, ਪਰ ਇਹਦੀ ਜਿਹੜੀ ਵਸਤੂ ਹੈ ਉਹ ਪੈਟੀ ਬੁਰਜੁਆਜੀ ਜਾਂ ਫਿਰ ਫਿਊਡਲ ਜਿਹੜੀਆਂ ਕੀਮਤਾਂ ਨੇ ਉਹਦੇ ਹੱਕ ਦੇ ਵਿੱਚ ਭੁਗਤਦੀ ਹੈ। ਇਸੇ ਤਰ੍ਹਾਂ ਅੱਗੇ ਜਾ ਕੇ ਪ੍ਰਯੋਗਵਾਦੀ ਕਵਿਤਾ ਦਾ ਜਦੋਂ ਡਾਕਟਰ ਰਵੀ ਜਿਹੜਾ ਉਹ ਅਧਿਐਨ ਕਰਦੇ ਨੇ ਉਹਦੇ ਵਿੱਚ ਉਹਨਾਂ ਦਾ ਇਹ ਮੰਨਣਾ ਸੀ ਕਿ ਪ੍ਰਯੋਗਵਾਦੀ ਕਵਿਤਾ ਜਿਹੜੀ ਹੈ ਉਹ ਸ਼ਹਿਰੀ ਮੱਧ ਸ਼੍ਰੇਣੀ ਦੀ ਮਾਨਸਿਕ ਸਥਿਤੀ ਦੀ ਉਪਜ ਹੈ। ਇਹ ਸ਼ਹਿਰੀ ਬੰਦੇ ਦੀਆਂ ਮਾਨਸਿਕ ਗੁੰਝਲਾਂ ਨੂੰ ਪੇਸ਼ ਕਰਦੀ ਹੈ। ਇਹਦੇ ਵਿੱਚ ਬੁਰਜੂਆ ਝੁਕਾਵਾਂ ਨੂੰ ਆਸਾਨੀ ਦੇ ਨਾਲ ਪਹਿਚਾਣਿਆ ਜਾ ਸਕਦਾ ਹੈ। ਇਹ ਅਜਿਹੀ ਕਵਿਤਾ ਹੈ ਜਿਹਦੇ ਵਿੱਚ ਆਤਮ ਤੇ ਵਸਤੂ, ਉਹਨਾਂ ਦਾ ਇੱਥੇ ਮਤਲਬ ਵਸਤੂ ਤੋਂ ਮਤਲਬ ਸਮਾਜ ਤੋਂ ਹੈ, ਆਤਮ ਤੇ ਵਸਤੂ ਦੇ ਵਿੱਚ ਕਿਸੇ ਕਿਸਮ ਦੇ ਵਿਰੋਧ ਦੀ ਅਣਹੋਂਦ ਹੈ ਤੇ ਇਹ ਕਵਿਤਾ ਮਨੁੱਖ ਦੀ ਨਿਰਾਰਥਕਤਾ ਨੂੰ, ਉਹਦੀ ਆਦਰਸ਼ਹੀਨਤਾ ਨੂੰ, ਦਿਸ਼ਾਹੀਨਤਾ ਨੂੰ, ਨਿਰਾਸ਼ਾ ਤੇ ਉਦਾਸੀਨਤਾ ਨੂੰ ਬਿਆਨ ਕਰਨ ਵਾਲੀ ਹੈ। ਜੇਕਰ ਦੇਖਿਆ ਜਾਵੇ ਡਾਕਟਰ ਰਵੀ ਦੇ ਵਾਂਗ ਹੀ ਰੋਲਾਂ ਬਾਰਤ ਦੇ ਵੀ ਆਧੁਨਿਕ ਕਵਿਤਾ ਦੇ ਬਾਰੇ ਇਸੇ ਤਰ੍ਹਾਂ ਦੇ ਹੀ ਵਿਚਾਰ ਨੇ। ਰੋਲਾਂ ਬਾਰਤ ਦਾ ਮੰਨਣਾ ਸੀ ਕਿ ਜਿਹੜੀ ਆਧੁਨਿਕ ਕਵਿਤਾ ਹੈ ਉਹ ਕਵੀ ਦੇ ਭਾਵਾਂ ਦਾ ਤੱਤੇ ਘਾਓ ਸਪੌਂਟੇਨੀਅਸ ਪ੍ਰਗਟਾਵਾ ਹੈ ਤੇ ਸਪੌਂਟੇਨੀਅਸ ਹੁੰਗਾਰੇ ਦੇ ਵਿੱਚ ਮਨੁੱਖੀ ਸੁਚੇਤ ਦੇ ਨਾਲੋਂ ਅਚੇਤ ਵਧੇਰੇ ਕੰਮ ਕਰ ਰਿਹਾ ਹੁੰਦਾ ਹੈ। ਇਸ ਲਈ ਇਸ ਪ੍ਰਗਟਾਵੇ ਦੇ ਵਿੱਚ ਜਿਹੜਾ ਮਨੁੱਖ ਦਾ ਹੋਣ ਪ੍ਰਗਟਾਇਆ ਗਿਆ ਹੁੰਦਾ ਉਹ ਹੋਣ ਕਿਸੇ ਦੂਜੇ ਪਰ ਦੇ ਹੋਣ ਦੇ ਨਾਲ ਨਹੀਂ ਜੁੜਦਾ ਤੇ ਇਹ ਆਧੁਨਿਕ ਕਵਿਤਾ ਜਿਹੜੀ ਹੈ ਉਹ ਵਿਅਕਤੀਗਤ ਭਾਵਾਂ ਦੀ ਪੇਸ਼ਕਾਰੀ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ। ਹੁਣ ਇਸੇ ਤਰ੍ਹਾਂ ਦੇ ਵਿਚਾਰ ਟੀ.ਐਸ. ਇਲੀਅਟ ਦੇ ਵੀ ਨੇ,
जो कि ट्रेडिशन ते इंडिविजुअल टैलेंट दे विच पढ़े ने कि वो कवि प्रौढ़ कवि उसे नूं मानते हैं जो अपनियां भावनावां तो पार जाके अपने आपे तो उपर उठ के ते अपनी एक तरह अव्यक्तिगतता जिहड़ी है उन्होंने जबान देवे, उहदी कविता दे विच पेशकारी करे। अगे जुझारवादी कविता के बारे जेकर आप गल करिए, ये बारे डॉक्टर जसवीर सिंह आलूवालिया का मत है कि यह कविता किसी क्रांतिशील स्थिति की अणहोंद दे विचों उपजी कविता है। इस तरह डॉक्टर हरभजन सिंह जिहड़े ने वो इस नूं मानते हैं कि यह समय के यथार्थ नूं काहली नाल प्रगटाउण दे लई व्याकुल है ते तत्पर है। तो इस तरह डॉक्टर सतिंदर सिंह नूर ने जुझार कविता नूं आपां कहीए कि इकहरे सुभाਅ दी जिहड़ी है वो धारनी मन्निया। डॉक्टर रवि इन्हां सब दे उल्ट जुझार काव्य धारा नूं इतिहासक चेतना मुख काव्य का नाम दिंदे ने। उन्हां दा मनना सी कि प्रयोगवादी कविता दे विच काम कर रही अंतर्मुखता का इतिहासक रूपांतरण जुझारवादी कविता दे विच आके अस्वीकृति की भावना के रूप में हुंदा है। इस कविता दे विच अस्वीकृति जिहड़ी है वो प्रमुख सुर के रूप दे विच काम करती है ते अंतर्मुखता आके गौण हो जाती है। इन्हां दोनों भावां दी कविता दे विच इकट्ठी पेशकारी नूं ओह कलाज चेतना का नाम दिंदे ने। भावें कि डॉक्टर रवि ने जुझार काव्य धारा नूं इतिहासक चेतना मुख काव्य का नाम दिता है, परंतु उन्हां दीयां ये भी धारनावां ने कि जिहड़े इहदे सिरजक सी जुझार काव्य दे ओह ज़्यादातर पेंडू मध्य श्रेणी दे व्यक्ति सी ते पेंडू मध्य श्रेणी वो सी जो कि अपनी हौमेवादी व्यक्तिगतता के कारण प्रोलेतारी जमात दे नालों दूर रहे। इस करके इस काव्य दे विच कविता दे विच एक वचनी जिहड़ा उत्तम पुरख पड़नाव की पेशकारी ज़्यादा हुई है, जिवें कि मैं दा प्रयोग ਆਪਾਂ ਇਹਦੇ ਲਈ ਪਾਸ਼ ਦੀ ਕਵਿਤਾ ਵੀ ਦੇਖ ਸਕਦੇ ਹਾਂ, ਜਿਵੇਂ ਕਹਿੰਦੇ ਕਿ ਮੇਰੇ ਤੋਂ ਆਸ ਨਾ ਕਰਿਓ, ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। डॉक्टर रवि का यह मनना सी कि विश्वास के पक्षों सार के पक्षों यह पेंडू मध्य श्रेणी है जो कि समंतवादी विश्वासां कदरां कीमतां रुझानां दे नाल जुड़ी हुई सी, पर यह मुहावरे के पक्षों जिहड़ी है वह क्रांतिमुखी सी, यह बुरजुआजी का विरोध करती सी। इस तरह यह इन्हां दी हौमे के कारण इन्हां दा रोह जिहड़ा वह महज मुहावरे ते शब्दावली तक सीमित होकर रह गया। इन्हां ने नवें जिहड़े पछाण चिन्ह नवें बिंब तां घड़े, पर यह लोकां दे पक्ष दे विच प्रोलेतारी जमात दे नाल जुड़न दे पक्षों जिहड़े ने यह आलोचक भी असमर्थ रहे ने। इस तो अगे हुण जेकर आपां इहनूं समुची चर्चा कविता के बारे जिहड़ी है डॉक्टर रवि की उहनूं समेटदे हां तां इहदे विचों असीं देखते हैं कि प्रगतिवादी कविता के बारे डॉक्टर रवि का मनना है कि यह यथार्थ नूं एक स्थिर होंद के आदर्श रूप दे विचों ग्रहण करती है। इस तरह प्रयोगवादी कविता के बारे उहदा मनना सी कि प्रयोगवादी जिहड़ी कविता है यह निरोल अंतर्मुखी भावां की पेशकारी करती है। इस तरह जुझारवादी कविता के बारे उन्होंने मनना है कि यथार्थ के निरोल बाहरी पक्ष तक सीमित है। तो आधुनिक कविता के बारे इस तरह उन्होंने मानता यह बनती है कि यह सार दे पक्षों तां जिहड़ियां फ्यूडल कदरां कीमतां ने उहदे हक दे विच ही भुगतदी है, पर यह सिर्फ महज मुहावरे दे पक्षों या फिर शब्दावली दे पक्षों जिहड़े इहदे सतही अर्थ ने वो किसी किस्म की स्थापति का विरोध करते हैं ते क्रांति की गल करते हैं। इत्थे सवाल हुण ये भी पैदा हुंदा है कि जेकर जुझार काव्यधारा दे कवि सिर्फ मुहावरे दे विच सिर्फ शब्दावली दे विच ही क्रांति की गल कर रहे सी, पर उन्हां दा जिहड़ा असल है उन्हां दा जिहड़ा सार है वो इसे क्रांति के उल्ट फ्यूडल कदरां कीमतां के हक दे विच भुगतना ही है। तो फिर डॉक्टर रवि इसनूं इतिहासक चेतना मुख काव्य का नाम ही क्यों दिंदे ने। इसी तरह विरसा ते वर्तमान किताब दे विच डॉक्टर रवि जदों ਸਾਹਿਤਕ कृत की होंद विधि मार्क्सवादी दृष्टिकोण लेख लिखते हैं तो वह ये पश्चिमी ਜਿਹੜੀਆਂ आलोचना प्रणालियां ने ते संस्कृत काव्य शास्त्र है ਉਹਦੇ अध्ययन तो बाद मार्क्सवादी नुकता निगाह तो ਸਾਹਿਤਕ कृत की होंद विधि के मसले ਨੂੰ हल करने का यतन करते हैं।
ਉਹਨਾਂ ਦਾ ਇਹ ਮੰਨਣਾ ਸੀ ਕਿ ਪੱਛਮ ਦੇ ਵਿੱਚ ਪ੍ਰਚਲਿਤ ਜਿੰਨੀਆਂ ਵੀ ਆਲੋਚਨਾ ਵਿਧੀਆਂ ਨੇ ਉਹ ਇਸ ਉਹਨਾਂ ਦੇ ਵਿੱਚ ਸਾਹਿਤਕ ਕ੍ਰਿਤ ਦੀ ਹੋਂਦ ਵਿਧੀ ਦੇ ਮਸਲੇ ਦੇ ਬਾਰੇ ਥੋੜ੍ਹੀ ਬਹੁਤੀ ਚਰਚਾ ਤਾਂ ਮਿਲਦੀ ਹੈ, ਪਰ ਇਹ ਜਿਹੜੀ ਕਹੀਏ ਕਿ ਆਲੋਚਨਾ ਪ੍ਰਣਾਲੀਆਂ ਨੇ ਇਹ ਇਸ ਮਸਲੇ ਨੂੰ ਸਿੱਧੇ ਤੇ ਸਪਸ਼ਟ ਰੂਪ ਦੇ ਵਿੱਚ ਮੁਖਾਤਬ ਨਹੀਂ ਹੁੰਦੀਆਂ ਹੈਗੀਆਂ। ਇਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਰੁਝਾਨ ਨੇ ਉਹ ਜ਼ਿਆਦਾਤਰ ਮਿਲਦੇ ਨੇ, ਜਿਹਦੇ ਵਿੱਚੋਂ ਪਹਿਲਾ ਰੁਝਾਨ ਤਾਂ ਇਹ ਹੈ ਕਿ ਇਹ ਕਿਸੇ ਇੱਕ ਕਾਵਿ ਦੇ ਕਿਸੇ ਇੱਕ ਤੱਤ ਨੂੰ ਜਾਂ ਅੰਗ ਤੇ ਅੰਸ਼ ਨੂੰ ਲੈਂਦੇ ਨੇ ਤੇ ਉਹਨੂੰ ਫਿਰ ਇਹ ਸਮੁੱਚੀ ਕਵਿਤਾ ਦੇ ਉੱਤੇ ਢੁਕਾ ਕੇ ਉਹਦੀ ਹੋਂਦ ਵਿਧੀ ਦਾ ਮੂਲ ਆਧਾਰ ਜਿਹੜਾ ਉਹ ਮੰਨ ਲੈਂਦੇ ਨੇ, ਜਿਵੇਂ ਕਿ ਰੈਂਸਮ ਨੇ ਬੁਣਤਰ ਨੂੰ, ਐਲਨ ਟੇਟ ਨੇ ਤਣਾਓ ਨੂੰ, ਕਲਿੰਥ ਬਰੁਕਸ ਨੇ ਵਿਰੋਧਾਭਾਸ ਨੂੰ ਮੰਨਿਆ, ਤੇ ਇਸੇ ਤਰ੍ਹਾਂ ਸੰਸਕ੍ਰਿਤ ਕਾਵਿ ਸ਼ਾਸਤਰ ਦੇ ਵਿੱਚ ਵਕ੍ਰੋਕਤੀ, ਅਲੰਕਾਰ, ਰੀਤੀ ਵਰਗੇ ਸੰਪਰਦਾਇ ਨੇ। ਦੂਜਾ ਰੁਝਾਨ ਇਹ ਰਿਹਾ ਕਿ ਇਹ ਕਿਸੇ ਸਾਹਿਤਕ ਕ੍ਰਿਤ ਨੂੰ ਇੱਕ ਭਾਸ਼ਾਗਤ ਇਕਾਈ ਦੇ ਵਜੋਂ ਗ੍ਰਹਿਣ ਕਰਦੇ ਨੇ, ਜਿਵੇਂ ਕਿ ਪਾਠ ਤੇ ਚਿੰਨ੍ਹ ਰੋਲਾਂ ਬਾਰਤ ਨੇ ਧਾਰਨਾ ਦਿੰਦਿਆਂ ਇਹਦੇ ਬਾਰੇ ਇੱਕ ਸਾਹਿਤਕ ਕ੍ਰਿਤ ਨੂੰ ਇੱਕ ਚਿੰਨ੍ਹ ਪ੍ਰਬੰਧ ਦੇ ਰੂਪ ਦੇ ਵਿੱਚ ਲਿਆ, ਤੇ ਇਸੇ ਤਰ੍ਹਾਂ ਲੈਵੀ ਸਟ੍ਰੌਸ ਨੇ ਇਹਨੂੰ ਇੱਕ ਸੰਰਚਨਾ ਦੇ ਰੂਪ ਦੇ ਵਿੱਚ ਗ੍ਰਹਿਣ ਕੀਤਾ। ਇਸੇ ਤਰ੍ਹਾਂ ਜੇਕਰ ਸੰਸਕ੍ਰਿਤ ਕਾਵਿ ਸ਼ਾਸਤਰ ਦੇ ਵਿੱਚ ਦੇਖੀਏ ਤਾਂ ਧੁਨੀ ਸੰਪਰਦਾਇ ਤੇ ਰਸ ਸੰਪਰਦਾਇ ਜਿਹੜੇ ਨੇ ਉਹ ਵੀ ਇਸ ਕਿਸਮ ਦੇ ਰੁਝਾਨ ਦੇ ਵੱਲ ਹੀ ਰੁਚਿਤ ਨੇ। ਤੇ ਡਾਕਟਰ ਰਵੀ ਦਾ ਇਹ ਮੰਨਣਾ ਸੀ ਕਿ ਜਿਹੜਾ ਇਹ ਦੂਸਰਾ ਰੁਝਾਨ ਹੈ, ਭਾਵੇਂ ਕਿ ਪਹਿਲੇ ਰੁਝਾਨ ਦੇ ਨਾਲੋਂ ਬੇਸ਼ੱਕ ਇੱਕ ਕਦਮ ਅੱਗੇ ਹੈ ਕਿ ਇਹ ਸਾਹਿਤਕ ਕ੍ਰਿਤ ਨੂੰ ਸਮੁੱਚਿਤ ਰੂਪ ਦੇ ਵਿੱਚ ਆਪਣੇ ਅਧਿਐਨ ਦਾ ਕੇਂਦਰ ਬਣਾਉਂਦਾ ਹੈ, ਪਰ ਇਹਦੀ ਵੀ ਇਹ ਇੱਕ ਕਮੀ ਹੈ ਕਿ ਇਹ ਪਾਠ ਤੇ ਪ੍ਰਸੰਗ, ਰੂਪ ਤੇ ਵਸਤੂ, ਪਰ ਉਸਾਰ ਤੇ ਨੀਂਹ ਦਾ ਜਿਹੜਾ ਦਵੰਦਾਤਮਕ ਰਿਸ਼ਤਾ ਹੈ ਉਹਦੇ ਤੋਂ ਇਨਕਾਰੀ ਹੈ। ਉਹ ਇਸ ਦਵੰਦਾਤਮਕਤਾ ਨੂੰ ਮਨਫੀ ਕਰਕੇ ਇਹਦੇ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਵਿਰੋਧੀ ਰੂਪ ਦੇ ਵਿੱਚ ਪੇਸ਼ ਕਰ ਦਿੰਦਾ ਹੈ। ਜਦੋਂ ਹੁਣ ਡਾਕਟਰ ਰਵੀ ਮਾਰਕਸਵਾਦੀ ਨੁਕਤਾ ਨਿਗਾਹ ਤੋਂ ਗੱਲ ਕਰਦੇ ਨੇ ਸਾਹਿਤਕ ਕ੍ਰਿਤ ਦੀ ਹੋਂਦ ਵਿਧੀ ਦੇ ਬਾਰੇ, ਤਾਂ ਉਹਨਾਂ ਦਾ ਉਹ ਇਹਦੇ ਲਈ ਦਿੱਖ ਤੇ ਸਾਰ ਦਾ, ਜ਼ਾਹਰ ਤੇ ਬਾਤਨ ਜਿਹਨੂੰ ਕਹਿ ਸਕਦੇ ਹਾਂ, ਪ੍ਰਤੱਖ ਤੇ ਅਪ੍ਰਤੱਖ, ਇਹਦਾ ਦਾਰਸ਼ਨਿਕ ਪ੍ਰਵਰਗ ਲੈਂਦੇ ਨੇ। ਇਸ ਦਾਰਸ਼ਨਿਕ ਪ੍ਰਵਰਗ ਦੀ ਸਹਾਇਤਾ ਦੇ ਨਾਲ ਉਹ ਸਾਹਿਤਕ ਕ੍ਰਿਤ ਦੀ ਹੋਂਦ ਵਿਧੀ ਦੇ ਆਧਾਰ ਨੂੰ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦਾ ਇਹ ਮੰਨਣਾ ਸੀ ਕਿ ਕਿਉਂਕਿ ਸਾਰੀਆਂ ਸੱਭਿਆਚਾਰਕ ਸਿਰਜਣਾਵਾਂ ਜਿਨ੍ਹਾਂ ਦੇ ਵਿੱਚ ਸਾਹਿਤਕ ਸਿਰਜਣਾ ਵੀ ਆ ਜਾਂਦੀ ਹੈ, ਉਹਦੀ ਹੋਂਦ ਵਿਧੀ ਦੀ ਆਧਾਰ ਸਮੱਗਰੀ ਜਿਹੜੀ ਉਹ ਬਾਹਰਮੁਖੀ ਯਥਾਰਥ ਨਹੀਂ ਹੈਗਾ, ਇਹ ਮਾਨਵੀਕ੍ਰਿਤ ਯਥਾਰਥ ਹੈ, ਜੋ ਕਿ ਮਾਨਵੀ ਚੇਤਨਾ ਦੇ ਵਿੱਚੋਂ ਬਣਦਾ ਹੈ। ਮਾਨਵ ਜਿਹੜਾ ਆਪਣੇ ਆਲੇ ਦੁਆਲੇ ਨੂੰ ਅਰਥ ਦਿੰਦਾ ਹੈ, ਉਹ ਉਸ ਅਰਥ ਦੇ ਵਿੱਚੋਂ ਜਿਹੜਾ ਯਥਾਰਥ ਉਸਰਦਾ ਹੈ, ਉਹ ਯਥਾਰਥ ਜਿਹੜਾ ਹੈ ਇਹ ਆਧਾਰ ਸਮੱਗਰੀ ਬਣਦਾ ਕਿਸੇ ਸਾਹਿਤਕ ਤੇ ਸੱਭਿਆਚਾਰਕ ਸਿਰਜਣਾ ਦੀ। ਇਸ ਲਈ ਇਹਦੇ ਵਿੱਚ ਦਿੱਖ ਤੇ ਸਾਰ ਦਾ ਜਿਹੜਾ ਦਾਰਸ਼ਨਿਕ ਪ੍ਰਵਰਗ ਹੈ ਉਹ ਬਾਹਰਮੁਖੀ ਯਥਾਰਥ ਦੇ ਨਾਲੋਂ ਵਧੇਰੇ ਗੁੰਝਲਦਾਰ ਬਣ ਜਾਂਦਾ ਹੈ, ਇਹ ਵਧੇਰੇ ਸੂਖਮ ਹੋ ਜਾਂਦਾ ਹੈ। ਇਸ ਲਈ ਹੁਣ ਸਾਹਿਤਕ ਕ੍ਰਿਤ ਦੇ ਅਧਿਐਨ ਦੇ ਲਈ ਬਾਹਰਮੁਖੀ ਨਿਯਮਾਂ ਦੀ ਘਾੜਤ ਜਿਹੜੀ ਹੈ ਹੋਰ ਵੀ ਜ਼ਿਆਦਾ ਮੁਸ਼ਕਿਲ ਤੇ ਔਖੀ ਜਿਹੜੀ ਹੈ ਹੋ ਜਾਂਦੀ ਹੈ। ਡਾਕਟਰ ਰਵੀ ਨੇ ਜਦੋਂ ਗੱਲ ਕੀਤੀ ਹੈ ਤਾਂ ਉਹ ਸਾਹਿਤਕ ਕ੍ਰਿਤ ਦੀ ਹੋਂਦ ਵਿਧੀ ਜਿਹੜੀ ਹੈ ਉਹ ਕਲਾਤਮਕ ਬਿੰਬ ਦੇ ਵਿੱਚ ਨਿਹਿਤ ਮੰਨਦੇ ਨੇ। ਕਲਾਤਮਕ ਬਿੰਬ ਨੂੰ ਉਹਨਾਂ ਨੇ ਸਾਹਿਤਕ ਬਿੰਬ ਤੇ ਕਾਵਿਕ ਬਿੰਬ ਦਾ ਨਾਮ ਵੀ ਦਿੱਤਾ। ਉਹ ਕਹਿੰਦੇ ਨੇ ਕਿ ਕਲਾਤਮਕ ਬਿੰਬ ਬੇਸ਼ੱਕ ਪੁਰਾਣਾ ਸੰਕਲਪੀ ਹੈ, ਪਰ ਇਹਦੇ ਅਰਥ ਜਿਹੜੇ ਨੇ ਉਹ ਪੁਰਾਤਨ ਬਿੰਬ ਦੇ ਸਧਾਰਨ ਅਰਥਾਂ ਵਰਗੇ ਜਾਂ ਫਿਰ ਸਰਲ ਅਰਥਾਂ ਵਰਗੇ ਨਹੀਂ ਹੈਗੇ। ਇਹ ਕਲਾਤਮਕ ਬਿੰਬ ਉਹ ਬਿੰਬ ਹੈ ਜਿਹਦੇ ਵਿੱਚ ਰੂਪ ਤੇ ਵਸਤੂ, ਅੰਤਰਮੁਖਤਾ ਤੇ ਬਾਹਰਮੁਖਤਾ, ਵਿਅਕਤੀਗਤਤਾ ਤੇ ਅਵਿਅਕਤੀਗਤਤਾ ਜਿਹੜੀ ਹੈ ਜਾਂ ਫਿਰ ਪਾਠ ਤੇ ਪ੍ਰਸੰਗ ਹੈ ਉਹ ਦਵੰਦਾਤਮਕ ਰਿਸ਼ਤੇ ਦੇ ਵਿੱਚ ਬੱਝੇ ਹੁੰਦੇ ਨੇ। ਇਹਦੇ ਬਾਰੇ ਇੱਕ ਵਿਦਵਾਨ ਦਾ ਇਹ ਵੀ ਕਹਿਣਾ ਹੈ ਕਿ ਇਹ ਕਲਾਤਮਕ ਬਿੰਬ ਜਿਹੜਾ ਹੈ ਇਹ ਜਿਸ ਸਮੇਂ ਰਚਿਆ ਜਾ ਰਿਹਾ ਹੁੰਦਾ ਉਸ ਸਮੇਂ ਤੋਂ ਬਹੁਤ ਬਾਅਦ ਦੇ ਸਮੇਂ ਦੇ ਯਥਾਰਥ ਨੂੰ ਵੀ ਆਪਣੇ ਵਿੱਚ ਜਜ਼ਬ ਕਰਨ ਦੀ, ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਹਦਾ ਭਾਵ ਇਹ ਹੋਇਆ ਕਿ ਇਹ ਆਉਣ ਵਾਲੇ ਯੁੱਗਾਂ ਦੇ ਸੰਭਾਵੀ ਯਥਾਰਥ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਸਮਰੱਥਾ ਵੀ ਹੁੰਦੀ ਹੈ ਕਲਾਤਮਕ ਬਿੰਬ ਦੇ ਵਿੱਚ। ਇਹਦੇ ਲਈ ਡਾਕਟਰ ਰਵੀ ਜਿਹੜੀ ਹੈ ਉਹ ਉਦਾਹਰਨ ਦਿੰਦੇ ਨੇ ਲੋਕ ਗੀਤ ਦੀ, ਜਦੋਂ ਇਹ ਗੱਲ ਕਰਦੇ ਨੇ ਕਿ ਘੁੰਡ ਕੱਢ ਲੈ ਪੱਤਣ ਤੇ ਖੜੀਏ ਪਾਣੀਆਂ ਨੂੰ ਅੱਗ ਨਾ ਲੱਗ ਜਾਵੇ ਵਾਲੇ ਗੀਤ ਦੀ। ਤਾਂ ਇੱਥੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਲੋਕ ਗੀਤ ਹੈ ਉਹ ਇਹਦੇ ਸਰਲ ਅਰਥ ਜਿਹੜੇ ਨੇ ਉਹ ਬਿਲਕੁਲ ਵੱਖਰੇ ਨੇ, ਤੇ ਪਰ ਇਹਦਾ ਜਿਹੜਾ ਅਸਲ ਅਰਥ ਹੈ ਉਹ ਬਿਲਕੁਲ ਵੱਖਰਾ ਹੈ। ਤਾਂ ਡਾਕਟਰ ਵੀ ਕਹਿੰਦੇ ਨੇ ਕਿ ਇਹਦੇ ਜਿਹੜੇ ਅਰਥ ਉਹ ਸਰਲ ਅਰਥ ਦੇ ਵਿੱਚ ਨਹੀਂ ਪਏ ਹੈਗੇ, ਉਹ ਅਸਲ ਦੇ ਵਿੱਚ ਸਰਲ ਅਰਥ ਤਾਂ ਇਹਦੇ ਕਲਾਤਮਕ ਬਿੰਬ ਦੇ ਸਿਰਜਣ ਦੇ ਲਈ ਇੱਕ ਮਾਧਿਅਮ ਬਣਦਾ ਹੈ।
ਉਹਨਾਂ ਦਾ ਇਹ ਮੰਨਣਾ ਸੀ ਕਿ ਜੇਕਰ ਇਹਦੇ ਅਰਥ ਕਰਨੇ ਨੇ ਤਾਂ ਸਾਨੂੰ ਇਹਦੇ ਆਲੇ ਦੁਆਲੇ ਜੁੜਿਆ ਹੋਇਆ ਜਿਹੜਾ ਸਮਾਜ ਸੱਭਿਆਚਾਰਕ ਚੌਕਠ ਹੈ ਉਹਨੂੰ ਵੀ ਸਾਨੂੰ ਕੇਂਦਰ ਦੇ ਵਿੱਚ ਰੱਖਣਾ ਪਊਗਾ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਹਿਤਕ ਕ੍ਰਿਤ ਦੀ ਹੋਂਦ ਵਿਧੀ ਦਾ ਆਧਾਰ ਕਲਾਤਮਕ ਬਿੰਬ ਨੂੰ ਮੰਨਿਆ ਡਾਕਟਰ ਰਵੀ ਨੇ। ਇਹ ਕਲਾਤਮਕ ਬਿੰਬ ਕਿਸੇ ਉਹਦੀ ਟੈਕਸਟ ਦੀ, ਕਿਸੇ ਪਾਠ ਦੀ ਛੋਟੀ ਤੋਂ ਛੋਟੀ ਧੁਨੀ ਤੋਂ ਲੈ ਕੇ ਉਹਦੇ ਸਮੁੱਚੇ ਪ੍ਰਬੰਧ ਤੇ ਫਿਰ ਉਹਦੇ ਸਮਾਜ ਸੱਭਿਆਚਾਰਕ ਵੱਡਾ ਜਿਹੜਾ ਅਰਥ ਪਸਾਰ ਹੈ ਉਹਦੇ ਉੱਤੇ ਆਧਾਰਿਤ ਜਿਹੜਾ ਉਹ ਹੁੰਦੇ ਨੇ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਡਾਕਟਰ ਰਵੀ ਦੇ ਸਾਹਿਤ ਸ਼ਾਸਤਰ ਦੇ ਬਾਰੇ ਕਿ ਉਹ ਸਾਹਿਤ ਨੂੰ ਕਿਵੇਂ ਦੇਖਦੇ ਨੇ, ਤਾਂ ਉਹਨਾਂ ਨੇ ਮਹਿਜ ਪਾਠ ਆਧਾਰਿਤ ਆਲੋਚਨਾ ਜੋ ਕਿ ਪ੍ਰਸੰਗ ਤੋਂ ਮੁਕਤ ਹੁੰਦੀ ਹੈ ਉਹਦਾ ਵਿਰੋਧ ਕੀਤਾ। ਡਾਕਟਰ ਰਵੀ ਸਾਹਿਤ ਨੂੰ ਇੱਕ ਅਜਿਹਾ ਚਿੰਨ੍ਹ ਪ੍ਰਬੰਧ ਮੰਨ ਕੇ ਚੱਲਦੇ ਨੇ ਜੋ ਕਿ ਜਿਹਦੇ ਸਰਲ ਅਰਥ ਜਿਹੜੇ ਨੇ ਉਹ ਮਹਿਜ ਇੱਕ ਮੁਹਾਵਰਾ ਹੁੰਦੇ ਨੇ ਉਹਦੇ ਅਸਲ ਅਰਥਾਂ ਤੱਕ ਪਹੁੰਚਣ ਦਾ। ਡਾਕਟਰ ਰਵੀ ਦਾ ਮੰਨਣਾ ਸੀ ਕਿ ਜਿਹੜੇ ਕਿਸੇ ਵੀ ਸਾਹਿਤਕ ਕ੍ਰਿਤ ਦੇ ਅਰਥ ਨੇ ਉਹਦੀ ਜਿਹੜੇ ਪਸਾਰ ਹੈ ਉਹ ਅਸਲ ਦੇ ਵਿੱਚ ਉਸ ਕਲਾਤਮਕ ਬਿੰਬ ਦੇ ਵਿੱਚ ਨਿਹਿਤ ਹੁੰਦਾ ਹੈ ਜੋ ਕਿ ਸਰਲ ਅਰਥ ਤੇ ਅਸਲ ਅਰਥ ਦਾ ਦਵੰਦਾਤਮਕ ਸਮੁੱਚ ਹੁੰਦਾ ਹੈ। ਇਸ ਤਰ੍ਹਾਂ ਡਾਕਟਰ ਰਵੀ ਨੇ ਸਾਹਿਤਕ ਪਾਠ ਨੂੰ ਉਹਦੇ ਸਮਾਜ ਸੱਭਿਆਚਾਰਕ ਸੰਦਰਭ ਦੇ ਵਿੱਚ ਰੱਖ ਕੇ ਪੜ੍ਹਨ ਦੀ ਗੱਲ ਕੀਤੀ। ਇਹਨੂੰ ਵੀ ਆਪਾਂ ਇੱਕ ਛੋਟੀ ਜਿਹੀ ਉਦਾਹਰਨ ਦੇ ਰਾਹੀਂ ਸਮਝ ਸਕਦੇ ਹਾਂ, ਜਿਵੇਂ ਕਿ ਬਲਵਿੰਦਰ ਗਰੇਵਾਲ ਇੱਕ ਕਹਾਣੀ ਲਿਖਦੇ ਨੇ ਡਬੋਲੀਆ। ਉਹ ਕਹਾਣੀ ਜਿਹੜੀ ਹੈ ਜੇਕਰ ਆਪਾਂ ਉਹਨੂੰ ਮਹਿਜ ਉਹਦੇ ਸਤਹੀ ਅਰਥਾਂ ਦੇ ਆਧਾਰ 'ਤੇ ਦੇਖਾਂਗੇ ਤਾਂ ਸਾਨੂੰ ਲੱਗੂਗਾ ਕਿ ਇਹ ਕਹਾਣੀ ਡਬੋਲੀਆ ਜਿਹੜੇ ਕਿ ਮੁਰਦਾ ਲਾਸ਼ਾਂ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਦੇ ਨੇ ਉਹਨਾਂ ਦੇ ਕਿੱਤੇ ਦੇ ਨਾਲ, ਉਹਨਾਂ ਦੀਆਂ ਮੁਸ਼ਕਿਲਾਂ ਦੇ ਨਾਲ ਜੁੜੀ ਹੋਈ ਹੈ ਕਿ ਕਿਵੇਂ ਇਹ ਮੁਰਦਾ ਲਾਸ਼ਾਂ ਨੂੰ ਕੱਢਣ ਦਾ ਕਿੱਤਾ ਉਹਨਾਂ ਨੂੰ ਸੰਵੇਦਨਹੀਣ ਬਣਾਉਂਦਾ ਜਾਂਦਾ, ਉਹਨਾਂ ਨੂੰ ਨਿਰਾਸ਼ ਕਰਦਾ ਜਾਂਦਾ। ਪਰ ਇਹ ਕਹਾਣੀ ਦੇ ਜਦੋਂ ਆਪਾਂ ਅੰਤ ਵੱਲ ਵੱਧਦੇ ਹਾਂ, ਜੇਕਰ ਅਸੀਂ ਇਸ ਕਹਾਣੀ ਨੂੰ ਇਹਦੇ ਆਲੇ ਦੁਆਲੇ ਦੇ ਪੰਜਾਬ ਦੇ ਅੱਜ ਦੇ ਜੋ ਹਾਲਾਤ ਨੇ ਉਹਦੇ ਸੰਦਰਭ ਦੇ ਵਿੱਚ ਰੱਖ ਕੇ ਇਸ ਕਹਾਣੀ ਦੀ ਪੜ੍ਹਤ ਕਰਦੇ ਹਾਂ ਤਾਂ ਇਹ ਕਹਾਣੀ ਖਤਮ ਹੁੰਦੀ ਹੈ ਕਿ ਬਲਦੇਵ ਨਾਂ ਦਾ ਡਬੋਲੀਆ ਇੱਕ ਨਹਿਰ ਦੇ ਵਿੱਚ ਪਹਿਲਾਂ ਉਹ ਬਹੁਤ ਨਿਰਾਸ਼ ਸੀ ਤੇ ਬਾਹਰ ਜਾਣ ਦੀਆਂ, ਵਿਦੇਸ਼ ਜਾਣ ਦੀਆਂ ਵਿਉਂਤਾਂ ਬਣਾ ਰਿਹਾ ਸੀ, ਪਰ ਉਹ ਇੱਕ ਬੱਚੇ ਦੀ ਲਾਸ਼ ਨਹਿਰ ਦੇ ਵਿੱਚ ਰੁੜੀ ਜਾ ਰਹੀ ਹੈ ਤੇ ਉਹ ਉਸ ਬੱਚੇ ਨੂੰ ਬਚਾਉਣ ਦੇ ਲਈ ਆਪਣੇ ਆਖਰੀ ਦਮ ਤੱਕ ਜਿਹੜਾ ਹੈ ਉਹ ਨਹਿਰ ਦੇ ਵਿੱਚ ਸੰਘਰਸ਼ ਕਰਦਾ। ਇੱਥੇ ਜੇਕਰ ਆਪਾਂ ਇਹਨੂੰ ਆਲੇ ਦੁਆਲੇ ਦੇ ਆਪਾਂ ਕਹੀਏ ਕਿ ਵਾਤਾਵਰਨ ਤੇ ਸਮਾਜ ਸੱਭਿਆਚਾਰਕ ਪਸਾਰ ਦੇ ਵਿੱਚ ਰੱਖ ਕੇ ਦੇਖਦੇ ਹਾਂ ਤਾਂ ਇੱਥੇ ਜਿਹੜਾ ਡਬੋਲੀਆ ਬਲਦੇਵ ਹੈ ਉਹ ਇੱਕ ਬਲਦੇਵ ਨਹੀਂ ਰਹਿ ਜਾਂਦਾ, ਉਹ ਪੰਜਾਬ ਦਾ ਇੱਕ ਆਮ ਸਧਾਰਨ ਕਿਰਤੀ ਹੈ। ਤੇ ਇੱਥੇ ਜਿਹੜੀ ਨਹਿਰ ਹੈ ਉਹ ਵੀ ਮਹਿਜ ਨਹਿਰ ਨਾ ਰਹਿ ਕੇ ਪੰਜਾਬ ਦੇ ਵਿੱਚ ਆਰਥਿਕ, ਸਮਾਜਿਕ, ਸੱਭਿਆਚਾਰਕ ਜਿਹੜਾ ਤੇ ਖੇਤੀਬਾੜੀ ਦੇ ਖੇਤਰ ਦੇ ਵਿੱਚ ਜਿਹੜਾ ਸੰਕਟ ਆਇਆ ਹੋਇਆ ਉਸ ਸੰਕਟ ਨੂੰ ਚਿੰਨ੍ਹਿਤ ਕਰਦੀ ਹੈ। ਇਸੇ ਤਰ੍ਹਾਂ ਉਹ ਰੁੜਿਆ ਜਾ ਰਿਹਾ ਬੱਚਾ ਵੀ ਬੱਚਾ ਨਹੀਂ ਬਣ ਜਾਂਦਾ, ਉਹ ਪੰਜਾਬ ਨੂੰ ਚਿੰਨ੍ਹਿਤ ਕਰਦਾ। ਤਾਂ ਜੇਕਰ ਇਹਦੇ ਇਤਿਹਾਸਕ ਪਸਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਇਤਿਹਾਸਕ ਅਰਥਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਕਹਾਣੀ ਦੀ ਆਪਾਂ ਪੜ੍ਹਤ ਕਰੀਏ ਤਾਂ ਸਾਨੂੰ ਲੱਗਦਾ ਹੈ ਕਿ ਡਬੋਲੀਆ ਜਿਹੜਾ ਹੈ ਉਹ ਨਹੀਂ ਹੈਗਾ ਜੋ ਖੁਦਕੁਸ਼ੀ ਕਰਕੇ ਮਰ ਗਿਆ। ਡਬੋਲੀਆ ਉਹ ਨਹੀਂ ਜੋ ਕਿ ਇੱਕ ਤਰ੍ਹਾਂ ਨਾਲ ਬਾਹਰ ਵਿਦੇਸ਼ ਜਾਣ ਦੀਆਂ ਵਿਉਂਤਾਂ ਬਣਾ ਰਿਹਾ ਪੰਜਾਬ ਦੀ ਡੁੱਬਦੀ ਬੇੜੀ ਨੂੰ ਛੱਡ ਕੇ, ਬਲਕਿ ਡਬੋਲੀਆ ਪੰਜਾਬ ਦਾ ਉਹ ਆਮ ਸਧਾਰਨ ਕਿਰਤੀ ਬੰਦਾ ਹੈ ਜਿਹੜਾ ਕਿ ਇਸ ਸੰਕਟ ਰੂਪੀ ਨਹਿਰ ਦੇ ਵਿੱਚ ਰੁੜੇ ਜਾਂਦੇ ਪੰਜਾਬ ਰੂਪੀ ਬੱਚੇ ਨੂੰ ਬਚਾਉਣ ਦੇ ਲਈ ਆਪਣੀ ਆਖਰੀ ਦਮ ਤੱਕ ਸੰਘਰਸ਼ੀਲ ਹੈ ਤੇ ਕਰਮਸ਼ੀਲ ਹੈ। ਇਹ ਉਹ ਵਿਅਕਤੀ ਹੈ ਜਿਹੜਾ ਆਪਣੀ ਨਿਰਾਸ਼ਾ ਨੂੰ, ਆਪਣੀ ਨਿਰਾਰਥਕਤਾ ਨੂੰ, ਆਪਣੀ ਸੰਵੇਦਨਸ਼ੀਲਤਾ ਤੇ ਆਪਣੀ ਬੰਦਿਆਈ ਦੇ ਉੱਤੇ ਭਾਰੂ ਨਹੀਂ ਪੈਣ ਦਿੰਦਾ। ਇਸ ਤਰ੍ਹਾਂ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਭਈਆ ਰਾਣੀ ਸ਼ਬਦ ਦੇ ਬਾਰੇ, ਉਹ ਸੀ ਉਹਦੀ ਨਿਰੋਲ, ਉਹਨੂੰ ਸੱਭਿਆਚਾਰਕ ਪ੍ਰਸੰਗਾਂ ਦੇ ਨਾਲ ਤੋੜ ਕੇ ਉਹਦੀ ਪੜ੍ਹਤ ਜਿਹੜੀ ਹੈ ਉਹ ਸੀ। ਪਰ ਜਦੋਂ ਇਸ ਕਹਾਣੀ ਨੂੰ, ਡਬੋਲੀਆ ਕਹਾਣੀ ਨੂੰ ਅਸੀਂ ਇਹਦੇ ਸਮਾਜ ਸੱਭਿਆਚਾਰਕ ਪ੍ਰਸੰਗ ਦੇ ਵਿੱਚ ਰੱਖ ਕੇ ਅਧਿਐਨ ਕਰਾਂਗੇ ਤਾਂ ਇਹਦੇ ਅਰਥ ਜਿਹੜੇ ਨੇ ਉਹ ਬਿਲਕੁਲ ਵੱਖਰੇ ਹੋਣਗੇ ਤੇ ਇਹ ਕਹਾਣੀ ਜਿਹੜੀ ਹੈ ਉਹ ਅੱਜ ਦੇ ਪੰਜਾਬ ਦੇ ਲਈ, ਅੱਜ ਦੇ ਪੰਜਾਬੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣੂਗੀ। ਇਹਦੀ ਆਪਣੀ ਇੱਕ ਨੈਤਿਕ ਤੇ ਇਤਿਹਾਸਕ ਜਿਹੜੀ ਹੈ ਉਹ ਜ਼ਿੰਮੇਵਾਰੀ ਹੈ, ਬਣਦੀ ਹੈ, ਜੋ ਕਿ ਇਹ ਇਸ ਪੜ੍ਹਤ ਦੇ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੀ ਹੈ।
ਤਾਂ ਡਾਕਟਰ ਰਵੀ ਦੇ ਜੇਕਰ ਆਪਾਂ ਸਾਹਿਤ ਦੇ ਬਾਰੇ ਵਿਚਾਰਾਂ ਨੂੰ ਦੇਖੀਏ ਤਾਂ ਉਹ ਐਵੇਂ ਦੇ ਸੀ ਕਿ ਉਹ ਸਾਹਿਤ ਆਲੋਚਨਾ ਦੇ ਰੂਪਵਾਦੀ ਜਿਹੜੀ ਸਾਹਿਤ ਆਲੋਚਨਾ ਪ੍ਰਣਾਲੀ ਹੈ ਉਹਦੇ ਪੱਖ ਦੇ ਵਿੱਚ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਰੂਪਵਾਦੀ ਸਾਹਿਤ ਚਿੰਤਨ ਆਦਰਸ਼ਵਾਦੀ ਵਿਸ਼ਵ ਦ੍ਰਿਸ਼ਟੀਕੋਣ ਦੇ ਹੱਕ ਦੇ ਵਿੱਚ ਭੁਗਤਦਾ ਹੈ, ਜੋ ਕਿ ਅੱਗੇ ਜਾ ਕੇ ਸਥਾਪਿਤ ਸੱਤਾ ਦੀ ਬਹਾਲੀ ਤੇ ਸਦੀਵਤਾ ਦੇ ਲਈ ਤਤਪਰ ਹੁੰਦੀ ਹੈ, ਤੇ ਉਹ ਮਾਰਕਸਵਾਦੀ ਦਵੰਦਾਤਮਕ ਪਦਾਰਥਵਾਦੀ ਨੁਕਤਾ ਨਿਗਾਹ ਤੋਂ ਕਿਸੇ ਵੀ ਸਾਹਿਤਕ ਕ੍ਰਿਤ ਦਾ ਜਿਹੜਾ ਉਹ ਅਧਿਐਨ ਕਰਨ ਦੇ ਲਈ ਯਤਨਸ਼ੀਲ ਸੀ। ਇਸ ਤੋਂ ਬਾਅਦ ਜੇਕਰ ਆਪਾਂ ਡਾਕਟਰ ਰਵੀ ਦੀ ਅਧਿਐਨ ਵਿਧੀ ਦੇ ਬਾਰੇ ਗੱਲ ਕਰਦੇ ਹਾਂ ਤਾਂ ਡਾਕਟਰ ਹਰਭਜਨ ਸਿੰਘ ਭਾਟੀਆ ਦੇ ਅਨੁਸਾਰ ਡਾਕਟਰ ਰਵਿੰਦਰ ਸਿੰਘ ਰਵੀ ਦੀ ਜਿਹੜੀ ਅਧਿਐਨ ਵਿਧੀ ਹੈ ਉਹ ਜੀਵਨ ਦ੍ਰਿਸ਼ਟੀ, ਰੂਪ ਦ੍ਰਿਸ਼ਟੀ ਤੇ ਵਿਚਾਰਧਾਰਾ ਦੇ ਸੰਯੋਗੀ ਰਿਸ਼ਤੇ ਦੇ ਆਧਾਰ ਦੇ ਉੱਤੇ ਟਿਕੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਡਾਕਟਰ ਰਵੀ ਦਾ ਜਿਹੜਾ ਮੁਹਾਵਰਾ ਹੈ ਉਹ ਬਹੁਤ ਹੀ ਸੰਘਣਾ ਹੈ, ਬਹੁਤ ਹੀ ਸੰਜਮਈ ਤਰੀਕੇ ਨਾਲ ਉਹ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਨੇ। ਤੇ ਇਸ ਤੋਂ ਬਿਨਾਂ ਡਾਕਟਰ ਰਵੀ ਵਾਦ, ਪ੍ਰਤੀਵਾਦ ਤੇ ਸੰਵਾਦ ਦੀ ਜੁਗਤ ਅਪਣਾਉਂਦਿਆਂ ਕਿਸੇ ਵੀ ਸਾਹਿਤ ਹੋਵੇ ਚਾਹੇ ਜਾਂ ਫਿਰ ਕੋਈ ਸੱਭਿਆਚਾਰਕ ਵਰਤਾਰਾ ਹੋਵੇ ਉਹਦੇ ਬਾਰੇ ਆਪਣੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਦਿੰਦੇ ਨੇ। ਇਸ ਤੋਂ ਬਿਨਾਂ ਜਦੋਂ ਆਪਾਂ ਦੇਖਦੇ ਹਾਂ ਡਾਕਟਰ ਰਵੀ ਦੇ ਸਮੁੱਚੇ ਚਿੰਤਨ ਨੂੰ, ਚਾਹੇ ਉਹਨਾਂ ਦਾ ਮੈਟਾ ਅਧਿਐਨ ਹੈ ਚਾਹੇ ਫਿਰ ਉਹ ਸਾਹਿਤ ਸ਼ਾਸਤਰ ਦੇ ਬਾਰੇ ਉਹ ਗੱਲ ਕਰਦੇ ਨੇ, ਤਾਂ ਇਸ ਚਿੰਤਨ ਦੇ ਵਿੱਚ ਸਾਨੂੰ ਇੱਕ ਤਰੀਕੇ ਨਾਲ ਲੱਗਦਾ ਹੈ ਕਿ ਡਾਕਟਰ ਰਵੀ ਜਿਹੜੇ ਨੇ ਉਹ ਗੱਲ ਕਰਦੇ ਨੇ ਜਦੋਂ ਉਹ ਖੰਡਨਾਤਮਕ ਪਹੁੰਚ ਦੇ ਸ਼ਿਕਾਰ ਨਹੀਂ ਹੁੰਦੇ ਹੈਗੇ। ਡਾਕਟਰ ਰਵੀ ਜਦੋਂ ਕਿਸੇ ਵੀ ਚਿੰਤਕ ਦੇ ਬਾਰੇ, ਆਲੋਚਨਾ ਪ੍ਰਣਾਲੀ ਦੇ ਬਾਰੇ, ਪ੍ਰਵਿਰਤੀ ਧਾਰਾ ਦੇ ਬਾਰੇ ਗੱਲ ਕਰਦੇ ਨੇ ਤਾਂ ਉਹਦੀਆਂ ਕਮਜ਼ੋਰੀਆਂ ਦੇ ਨਾਲ ਨਾਲ ਉਹਦੀਆਂ ਸੰਭਾਵਨਾਵਾਂ, ਸਮਰੱਥਾਵਾਂ ਤੇ ਪ੍ਰਾਪਤੀਆਂ ਨੂੰ ਵੀ ਸਾਹਮਣੇ ਲੈ ਕੇ ਆਉਂਦੇ ਨੇ, ਭਾਵੇਂ ਕਿ ਉਹ ਉਸ ਚਿੰਤਕ ਜਾਂ ਧਾਰਾ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਨਾਲ ਸਹਿਮਤ ਨਾ ਵੀ ਹੋਣ। ਜਿਵੇਂ ਕਿ ਨਕਸਲਵਾੜੀ ਲਹਿਰ ਦੇ ਨਾਲ ਅਸਹਿਮਤ ਹੋਣ ਦੇ ਬਾਵਜੂਦ ਜੁਝਾਰ ਕਾਵ ਧਾਰਾ ਨੂੰ ਉਹ ਇਤਿਹਾਸਕ ਚੇਤਨਾ ਮੁੱਖ ਕਾਵ ਦਾ ਨਾਮ ਦਿੰਦੇ ਨੇ। ਤੇ ਇਸੇ ਤਰ੍ਹਾਂ ਮਾਰਕਸਵਾਦੀ ਜਿਹੜੀ ਆਲੋਚਨਾ ਪ੍ਰਣਾਲੀ ਹੈ ਉਹਦੇ ਚਿੰਤਕ ਹੋਣ ਦੇ ਬਾਵਜੂਦ ਉਹ ਮਾਰਕਸਵਾਦੀ ਜਿਹੜੇ ਪੰਜਾਬੀ ਮਾਰਕਸਵਾਦੀ ਚਿੰਤਕ ਨੇ ਉਹਨਾਂ ਨੇ ਮੁਹਾਵਰੇ ਨੂੰ ਮਾਰਕਸਵਾਦੀ ਤੇ ਉਹਨਾਂ ਦੀ ਚੇਤਨਾ ਨੂੰ ਫਿਊਡਲ ਚੇਤਨਾ ਦਾ ਨਾਮ ਦਿੰਦੇ ਨੇ। ਇੱਕ ਜੇਕਰ ਹੋਰ ਗੱਲ ਕਰੀਏ ਤਾਂ ਚਾਹੇ ਡਾਕਟਰ ਰਵਿੰਦਰ ਸਿੰਘ ਰਵੀ ਨੇ ਮੱਧਕਾਲੀਨ ਸਾਹਿਤ ਦਾ ਅਧਿਐਨ ਕੀਤਾ ਤੇ ਚਾਹੇ ਉਹਨਾਂ ਨੇ ਪ੍ਰਗਤੀਵਾਦੀ, ਪ੍ਰਯੋਗਵਾਦੀ, ਜੁਝਾਰਵਾਦੀ ਕਵਿਤਾ ਦਾ ਜਾਂ ਫਿਰ ਪੱਛਮੀ ਆਲੋਚਨਾ ਪ੍ਰਣਾਲੀਆਂ ਦਾ, ਉਹਨਾਂ ਦੀ ਅਧਿਐਨ ਵਿਧੀ ਜਿਹੜੀ ਹੈ ਉਹ ਇਹ ਰਹੀ ਹੈ ਕਿ ਉਹ ਦਿੱਖ ਤੇ ਸਾਰ ਦੇ ਦਵੰਦਾਤਮਕ ਸੰਬੰਧਾਂ ਦੇ ਵਿੱਚੋਂ ਜਿਹੜਾ ਉਹ ਇਹਨਾਂ ਜਿਹੜੇ ਆਲੇ ਦੁਆਲੇ ਦੇ ਵਰਤਾਰਿਆਂ ਨੂੰ ਆਪਣੇ ਅਧਿਐਨ ਵਸਤੂ ਨੂੰ ਦੇਖਦੇ ਨੇ। ਦਵੰਦਾਤਮਕ ਪਦਾਰਥਵਾਦ ਦਾ ਜਿਹੜਾ ਨੁਕਤਾ ਨਿਗਾਹ ਹੈ ਉਹ ਉਹਨਾਂ ਦੀ ਅਧਿਐਨ ਵਿਧੀ ਦੇ ਪਿੱਛੇ ਹਮੇਸ਼ਾ ਕਾਰਜਸ਼ੀਲ ਰਿਹਾ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਦੇ ਕਦਾਰ ਉਹ ਇਸ ਦਵੰਦਾਤਮਕਤਾ ਨੂੰ ਨਿਭਾਉਣ ਤੋਂ ਥਿੜਕ ਵੀ ਜਾਂਦੇ ਰਹੇ ਨੇ। ਜਿਵੇਂ ਕਿ ਰੋਲਾਂ ਭਾਰਤ ਦੇ ਬਾਰੇ ਡਾਕਟਰ ਰਵਿੰਦਰ ਸਿੰਘ ਰਵੀ ਇਹ ਧਾਰਨਾ ਦਿੰਦੇ ਨੇ ਕਿ ਰੋਲਾਂ ਭਾਰਤ ਜਦੋਂ ਸਾਹਿਤਕ ਤੇ ਸੱਭਿਆਚਾਰਕ ਸਿਧਾਂਤਕਾਰੀ ਦੇ ਵਿੱਚ ਆਪਣੀਆਂ ਧਾਰਨਾਵਾਂ ਦਿੰਦਾ ਹੈ ਤਾਂ ਉਹ ਚਿੰਨਕ ਤੇ ਚਿੰਨਤ ਦੇ ਡਾਇਲੈਕਟਿਕਲ ਰਿਸ਼ਤੇ ਵੱਲੋਂ ਬਿਲਕੁਲ ਅਵੇਸਲਾ ਹੈ। ਇਸ ਕਰਕੇ ਉਹਦਾ ਵਿਚਾਰ ਪ੍ਰਬੰਧ ਜਿਹੜਾ ਉਹ ਉਲਾਰ ਤੇ ਅਧੂਰਾ ਹੈ। ਪਰ ਜਦੋਂ ਜੇਕਰ ਅਸੀਂ ਦਵੰਦਾਤਮਕ ਪਦਾਰਥਵਾਦੀ ਨੁਕਤਾ ਨਿਗਾਹ ਤੋਂ ਹੀ ਰੋਲਾਂ ਭਾਰਤ ਦੀ ਜਿਹੜੀ ਸਿਧਾਂਤ ਚਿੰਤਨ ਪ੍ਰਕਿਰਿਆ ਹੈ ਉਹਦੇ ਵਿਕਾਸ ਨੂੰ ਦੇਖਦੇ ਹਾਂ ਤਾਂ ਰੋਲਾਂ ਭਾਰਤ ਕਿਸੇ ਵੀ ਆਪਣੀ ਸਥਾਪਨਾ ਦੇ ਉੱਤੇ ਖੜਿਆ ਨਹੀਂ ਰਿਹਾ ਹੈਗਾ। ਉਹ ਜਦੋਂ ਉਹਨੂੰ ਲੱਗਦਾ ਸੀ ਕਿ ਕੋਈ ਵੀ ਸਿਧਾਂਤਕ ਸਥਾਪਨਾ ਜਿਹੜੀ ਹੈ ਉਹ ਵਿਆਪਕ ਪ੍ਰਵਾਨਗੀ ਪ੍ਰਾਪਤ ਕਰਕੇ ਲੋਕ ਬੋਧ ਦਾ ਹਿੱਸਾ ਬਣ ਚੁੱਕੀ ਹੈ ਤਾਂ ਉਹ ਆਪਣੇ ਚਿੰਤਨ ਤੇ ਅਭਿਆਸ ਦਾ ਰੁਖ ਬਦਲ ਲੈਂਦਾ ਸੀ। ਰਾਈਟਿੰਗ ਡਿਗਰੀ 0 ਵਾਲਾ ਭਾਰਤ ਰੋਲਾਂ ਭਾਰਤ ਹੋਰ ਹੈ ਤੇ ਇਸੇ ਤਰ੍ਹਾਂ ਮਾਈਥੋਲੋਜੀਜ਼ ਤੇ ਡੈਥ ਆਫ ਆਥਰ ਵਾਲਾ ਰੋਲਾਂ ਭਾਰਤ ਹੋਰ ਹੈ। ਜੇਕਰ ਰੋਲਾਂ ਭਾਰਤ ਦਾ ਅਪੋਹ ਸਿਧਾਂਤ ਬੁਰਜੁਆਜੀ ਦੇ ਹੱਕ ਦੇ ਵਿੱਚ ਭੁਗਤਦਾ ਹੈ ਤਾਂ ਰੋਲਾਂ ਭਾਰਤ ਦਾ ਜਿਹੜਾ ਮਿੱਥ ਸਿਧਾਂਤ ਹੈ ਉਹ ਇਸੇ ਬੁਰਜੂਆ ਸੱਭਿਆਚਾਰ ਤੇ ਬੁਰਜੂਆ ਸੱਤਾ ਤੇ ਕੀਤਾ ਗਿਆ ਹਮਲਾ ਵੀ ਹੈ। ਜੇਕਰ ਉਹਨੇ ਅਰਥਾਂ ਦੀ ਅਨਿਸ਼ਚਿਤਤਾ ਦੀ ਗੱਲ ਕੀਤੀ ਤੇ ਇਸੇ ਤਰ੍ਹਾਂ ਉਹ ਆਦਰਸ਼ਵਾਦੀ ਵਿਸ਼ਵ ਦ੍ਰਿਸ਼ਟੀਕੋਣ ਦੇ ਹੱਕ ਦੇ ਵਿੱਚ ਭੁਗਤਿਆ ਤਾਂ ਇਸ ਦੇ ਨਾਲ ਹੀ ਉਸਨੇ ਆਦਰਸ਼ਵਾਦੀ ਦ੍ਰਿਸ਼ਟੀਕੋਣ ਦੇ ਹੱਕ ਦੇ ਵਿੱਚ ਭੁਗਤਣ ਦੇ ਨਾਲ ਨਾਲ ਉਸਨੇ
ਅਰਥਾਂ ਦੇ ਮਾਈਥੋਲੋਜੀਜ਼ ਕਿਤਾਬ ਦੇ ਵਿੱਚ ਇਹਨਾਂ ਅਰਥਾਂ ਦੇ ਮਨੋਰਥ ਦੀ ਭਾਲ ਵੀ ਕੀਤੀ ਤੇ ਇਹਨਾਂ ਅਰਥਾਂ ਦੀ ਨਿਸ਼ਚਿਤਤਾ ਨੂੰ ਵੀ ਦਰਸਾਇਆ। ਤਾਂ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਜੇਕਰ ਡਾਕਟਰ ਰਵੀ ਖੁਦ ਇਹ ਕਹਿੰਦੇ ਨੇ ਕਿ ਕਿਸੇ ਵੀ ਸਾਹਿਤਕ ਕ੍ਰਿਤ ਦੇ ਇੱਕ ਅੰਗ ਦੇ ਆਧਾਰ ਤੇ ਉਸ ਸਮੁੱਚੀ ਸਾਹਿਤਕ ਕ੍ਰਿਤ ਦੇ ਬਾਕੀ ਅੰਗਾਂ ਦੇ ਬਾਰੇ, ਉਹਦੀ ਸਮੁੱਚੀ ਹੋਂਦ ਵਿਧੀ ਦੇ ਬਾਰੇ ਧਾਰਨਾ ਦੇ ਦੇਣੀ ਸਹੀ ਨਹੀਂ ਹੈਗੀ, ਤਾਂ ਫਿਰ ਰੋਲਾਂ ਬਾਰਤ ਦੇ ਚਿੰਤਨ ਨੂੰ ਉਹਦੇ ਸਮੁੱਚੇ ਵਿਕਾਸ ਦੇ ਵਿੱਚ ਵੇਖਣ ਦੀ ਬਜਾਏ ਉਹਦੇ ਮਹਿਜ ਇੱਕ ਲੇਖ ਡੈਥ ਆਫ ਆਥਰ ਦੇ ਆਧਾਰ ਤੇ ਉਹਦੇ ਸਮੁੱਚੇ ਚਿੰਤਨ ਦੇ ਬਾਰੇ ਫਤਵਾ ਦੇ ਦੇਣਾ ਕਿ ਉਹ ਚਿੰਨਤ ਤੇ ਚਿੰਨਤ ਦੇ ਰਿਸ਼ਤੇ ਵੱਲੋਂ ਅਵੇਸਲਾ ਹੈ ਤੇ ਇਸ ਕਰਕੇ ਉਹਦਾ ਜਿਹੜਾ ਚਿੰਤਨ ਹੈ ਉਹ ਉਲਾਰ ਤੇ ਅਧੂਰਾ ਹੈ, ਇਹ ਸਹੀ ਨਹੀਂ ਹੈਗਾ। ਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਡਾਕਟਰ ਰਵੀ ਦੀ ਪਹੁੰਚ ਜਿਹੜੀ ਹੈ ਉਹ ਵਾਜਬ ਨਹੀਂ ਹੈਗੀ। ਇਸ ਤਰ੍ਹਾਂ ਜੇਕਰ ਆਪਾਂ ਦੇਖੀਏ ਤਾਂ ਡਾਕਟਰ ਰਵੀ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਸਮੁੱਚੇ ਚਿੰਤਨ ਦੇ ਵਿੱਚ ਬੇਸ਼ੱਕ ਥੋੜ੍ਹੇ ਬਹੁਤੇ ਅੰਤਰ ਵਿਰੋਧ ਜਿਹੜੇ ਨੇ ਉਹ ਹੈਗੇ ਨੇ, ਪਰ ਉਹਨਾਂ ਦੀ ਪੰਜਾਬੀ ਸਾਹਿਤ ਚਿੰਤਨ ਨੂੰ ਦੇਣ ਵੀ ਬਹੁਤ ਮਹੱਤਵਪੂਰਨ ਹੈ। ਉਹਨਾਂ ਨੇ ਸਾਹਿਤ ਆਲੋਚਨਾ ਨੂੰ ਨਿਰੰਕੁਸ਼ ਨਿਰਪੇਖ ਰੂਪ ਦੇ ਵਿੱਚ ਦੇਖਣ ਦੀ ਥਾਂ ਤੇ, ਇਸ ਨੂੰ ਬੌਧਿਕ ਜੁਗਾੜੀ ਮੰਨਣ ਦੀ ਥਾਂ ਤੇ, ਇਸ ਨੂੰ ਸਾਹਿਤਕ ਰਚਨਾਵਾਂ ਦੀ ਮਹਿਜ ਵਿਆਖਿਆ ਦਾ ਸਾਧਨ ਮੰਨਣ ਦੀ ਥਾਂ ਤੇ ਇੱਕ ਇਹਦੇ ਪਿੱਛੇ ਕਾਰਜਸ਼ੀਲ ਵਿਚਾਰਧਾਰਾ ਦੇ ਨਾਲ, ਜੀਵਨ ਦਰਸ਼ਨ ਦੇ ਨਾਲ ਜੋੜ ਕੇ ਦੇਖਿਆ ਤੇ ਸਾਹਿਤਕ ਕ੍ਰਿਤ ਦੇ ਸਮਾਜਿਕ ਤਬਦੀਲੀ ਦੇ ਲਈ ਜਿਹੜੀ ਬਣਦੀ ਭੂਮਿਕਾ ਹੈ ਉਸ ਭੂਮਿਕਾ ਨੂੰ ਸਾਹਮਣੇ ਲਿਆਉਂਦਾ। ਇਸ ਤਰ੍ਹਾਂ ਡਾਕਟਰ ਰਵੀ ਦਾ ਜਿਹੜਾ ਚਿੰਤਨ ਹੈ ਉਹ ਆਪਣੇ ਆਪ ਦੇ ਵਿੱਚ ਮੁੱਲਵਾਨ ਜਿਹੜੇ ਸੰਕਲਪ ਨੇ ਉਹ ਵੀ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਧੰਨਵਾਦ।